ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸੋਠ ਰਾਗ ਦੇ ਵਿੱਚ ਗਿਆਨ ਲੈ ਰਹੇ ਸੀਗੇ। ਪਹਿਲੀ ਪਾਤਸ਼ਾਹੀ ਦੇ ਸ਼ਬਦ ਉਹ ਮੇਰੇ ਖਿਆਲ 9 ਸ਼ਬਦ ਲਏ ਸੀਗੇ ਜੀ। ਉਹਦੇ ਵਿੱਚ ਮਹਾਰਾਜ ਨੇ ਪਿੱਛੇ ਆਪਾਂ ਜਾਈਏ ਤੇ ਮਹਾਰਾਜ ਨੇ ਦੱਸਿਆ ਸੀਗਾ ਵੀ ਤੈਨੂੰ ਮਾਲਕ ਪਰਮਾਤਮਾ ਨੇ ਦੁਨੀਆ ਦੇ ਵਿੱਚ ਇਹ ਸਾਰਾ ਸਿਸਟਮ ਦਾ ਪਾਤਰ ਬਣਾਇਆ ਅਤੇ ਕਿਉਂ ਬਣਾਇਆ ਹੈ। ਤੈਨੂੰ ਦੁਨੀਆ ਦੇ ਵਿੱਚ ਕਾਹਦੇ ਵਾਸਤੇ ਭੇਜਿਆ ਹੈ। ਉਹ ਤੈਨੂੰ ਅੰਮ੍ਰਿਤ ਪਾਉਣ ਵਾਸਤੇ ਭੇਜਿਆ, ਅਮਰ ਹੋਣ ਵਾਸਤੇ ਭੇਜਿਆ, ਤੈਨੂੰ ਇਹ ਖੇਡ ਬੁੱਝਣ ਵਾਸਤੇ ਭੇਜਿਆ ਹੈ। ਤੈਨੂੰ ਜਿਹੜਾ ਹੈਗਾ ਔਰ ਬੁੱਝ ਕੇ ਜਿਹੜਾ ਹੈਗਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਪਿਆਰਿਓ ਤੁਸੀਂ ਆ ਗਏ ਪਿਆਰਿਓ, ਬਸ ਫਤਿਹ ਤਾਂ ਤੁਹਾਡੀ ਉੱਡ ਕੇ ਆ ਜਾਂਦੀ ਆ, ਆਪੇ ਹੀ ਆ ਜਾਂਦੀ ਆ ਫਤਿਹ। ਬਸ ਤੁਸੀਂ ਐਂਟਰ ਹੋਏ ਤੇ ਫਤਿਹ ਆ ਗਈ। ਚਿੱਤ ਖੁਸ਼ ਹੋ ਜਾਂਦਾ ਹੈ। ਤਾਂ ਬਸ ਜਦ ਦੇਖਿਆ ਮੈਂ ਦਵਿੰਦਰ ਸਿੰਘ, ਬਸ ਖੁਸ਼ ਹੋ ਗਿਆ। ਸੋਠ ਮਹਲਾ ਪਹਿਲਾ ਪੰਚ ਪਦੇ। ਆਪਣਾ ਕਰ ਮੂਸਤ ਰਾਖ ਨਾ ਸਾਕੈ, ਕੀ ਪਰ ਕਰ ਜੋਹਨ ਲਾਗਾ। ਆਪਾਂ ਕਰ ਰਹੇ ਸੀ ਗੱਲ ਬਈ ਜਿਹੜਾ ਜਿਸ ਪਰਪਸ ਵਾਸਤੇ ਮਾਲਕ ਨੇ ਜਿਹੜੀ ਖੇਡ ਬਣਾਈ ਆ, ਉਹ ਪਰਪਸ ਹੈਗਾ ਭਾਈ ਆਪਣੇ ਆਪ ਨੂੰ ਬੁੱਝਣਾ, ਮਾਲਕ ਨੂੰ ਬੁੱਝਣਾ, ਮਾਲਕ ਨੂੰ ਪਾਉਣਾ। ਮਾਇਆ ਜਿਹੜੀ ਮਾਲਕ ਨੇ ਪਾਈ ਆ, ਇਹ ਜਿਹੜਾ ਹੈਗਾ ਇਹ ਆਪਾਂ ਖੇਡ ਕਰ ਰਿਹਾ। ਮਾਲਕ ਬੱਚਿਆਂ ਨੂੰ ਖਿਡਾ ਰਿਹਾ ਹੈ। ਮਾਲਕ ਪਰਮਾਤਮਾ ਜਿਸ ਤਰ੍ਹਾਂ ਇੱਕ ਪਿਓ ਆਪਣੇ ਬੱਚਿਆਂ ਦੇ ਨਾਲ ਖੇਡ ਕਰਦਾ ਹੁੰਦਾ, ਉਵੇਂ ਦਾ ਤਾਂ ਉਹ ਆਪਣੇ ਨਾਲ ਕਰ ਰਿਹਾ। ਇਹ ਤਾਂ ਪਿਆਰੀ ਖੇਡ ਹੈ ਜੀ। ਕੋਈ ਇਸ ਤਰ੍ਹਾਂ ਥੋੜ੍ਹੀ ਨਾ ਹੈ ਕਿ ਉਹ ਆਪਣਾ ਜਿਹੜਾ ਹੈਗਾ ਆਪਾਂ ਨੂੰ ਅਵਗੁਣ ਕਰ ਰਿਹਾ ਜਾਂ ਆਪਾਂ ਨੂੰ ਤਕਲੀਫ ਦੇਣਾ ਚਾਹੁੰਦਾ ਜਾਂ ਜੂਨਾਂ 'ਚ ਪਾਉਣਾ ਚਾਹੁੰਦਾ। ਇਸ ਤਰ੍ਹਾਂ ਦਾ ਕੁਛ ਨਹੀਂ। ਇਹ ਤਾਂ ਖੇਡ ਹੈ ਮਾਲਕ ਪਰਮਾਤਮਾ ਦੀ, ਆਪ ਖੇਡ ਰਿਹਾ ਆਪਣੇ ਨਾਲ। ਅੰਗ ਨੰਬਰ ਜੀ 598 598। ਇਹ ਬਸ ਇਹ ਖੇਡ ਜਿਹੜੀ ਮਾਲਕ ਨੇ ਪਾਈ ਹੋਈ ਆ, ਇਹਨੂੰ ਬੁੱਝਣਾ ਹੈਗਾ। ਔਰ ਇਹਦੇ ਵਾਸਤੇ ਜਿਹੜਾ ਹੈਗਾ ਗਿਆਨ ਚਾਹੀਦਾ ਹੈ। ਖੇਡ ਦੇ ਬਾਰੇ ਜਾਣਕਾਰੀ, ਖੇਡ ਦੇ ਨਿਯਮ, ਸਾਰਾ ਜਿਹੜਾ ਹੈਗਾ ਪਲੇਅਰ ਦੇ ਬਾਰੇ, ਆਪੋਜ਼ਿਟ ਟੀਮ ਦੇ ਵੀਡੀਓਜ਼ ਜਿਹੜੇ ਹੈਗੇ ਕੌਣ ਦਿਖਾਊਗਾ ਆਪਾਂ ਨੂੰ ਵੀ ਅਗਲਾ ਕਿਵੇਂ ਬੈਟਿੰਗ ਕਰਦਾ ਹੈ ਭਾਈ, ਕਿਵੇਂ ਬੋਲਿੰਗ ਕਰਦਾ ਹੈ। ਸਾਰੀ ਜਿਹੜੀ ਹੈਗੀ ਸਾਰੇ ਨੁਕਤੇ ਆਪਾਂ ਨੂੰ ਇਹ ਬ੍ਰਹਮ ਗਿਆਨ ਦਿੰਦਾ ਹੈ। ਆਪਾਂ ਇਹੀ ਨੁਕਤੇ ਲੈ ਰਹੇ। ਆਹੀ ਗੁਰੂ ਹੈ। ਗੁਰੂ ਨੇ ਤਾਂ ਦੱਸਣਾ ਹੀ ਹੈ ਆਪਾਂ ਨੂੰ। ਮਾਲਕ ਨੇ ਜਿਹੜਾ ਹੈਗਾ ਇਹ ਖੇਡ ਦੇ ਵਾਸਤੇ ਪਲੇਅਰ ਜਿਹੜੇ ਹੈਗੇ, ਆਪਾਂ ਵੀ ਤਾਂ ਪਲੇਅਰ ਹੈਗੇ ਹਾਂ। ਆਪਾਂ ਨੂੰ ਕੋਚਿੰਗ ਦੇਣ ਵਾਸਤੇ ਆ ਬ੍ਰਹਮ ਗਿਆਨ ਰੱਖਿਆ ਹੋਇਆ। ਇਹ ਗੁਰੂ ਹੈਗੇ, ਇਹ ਕੋਚ ਕਰਦੇ ਆ, ਗਾਈਡ ਕੋਚਿੰਗ ਕਰਕੇ ਫਿਰ ਜਿਹੜਾ ਹੈਗਾ ਪਲੇਅਰਸ ਨੂੰ ਜਿਹੜੇ ਹੈਗੇ ਫਿਰ ਭੇਜਦੇ ਆ ਗਰਾਊਂਡ ਦੇ ਵਿੱਚ। ਬਸ ਆਹੀ ਹੈਗੀ ਪਾਏ। ਇਸ ਲਈ ਕੋਚਿੰਗ ਸਹੀ ਲਈ ਹੈ ਆਪਾਂ, ਤਾਂ ਹੀ ਜਿੱਤ ਸਕਾਂਗੇ। ਕਿਉਂਕਿ ਆਪੋਜ਼ਿਟ ਟੀਮ ਜਿਹੜੀ ਆਲਰੇਡੀ ਜਿਹੜੀ ਹੈਗੀ ਕੋਚਡ ਹੈਗੀ, ਉਹ ਮਾਲਕ ਪਰਮਾਤਮਾ ਨੇ ਉਹਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਇੱਕਦਮ 100% ਜਿਹੜਾ ਹੈਗਾ ਉਹ ਵਧੀਆ ਜਿਹੜੀ ਹੈਗੀ ਕੋਚਿੰਗ ਦਿੱਤੀ ਹੋਈ ਹੈ। ਉਹਨਾਂ ਦੇ ਵਿੱਚ ਕਮੀ ਨਹੀਂ ਹੁੰਦੀ ਕੋਈ ਵੀ। ਕੋਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਜਿਹੜੇ ਹੈਗੇ ਇਹ ਜ਼ਿਆਦਾ ਵੀ ਢਿੱਲ ਨਹੀਂ ਦਿਖਾਉਂਦੇ। ਸੋਠ ਮਹਲਾ ਪਹਿਲਾ ਪੰਚ ਪਦੇ। ਅੰਗ 598 598। ਆਪਣਾ ਕਰ ਮੂਸਤ ਰਾਖ ਨਾ ਸਾਕੈ, ਕੀ ਪਰ ਕਰ ਜੋਹਨ ਲਾਗਾ। ਹੁਣ ਦੇਖੋ ਮਹਾਰਾਜ ਨੇ ਪਹਿਲਾਂ ਅੰਮ੍ਰਿਤ ਦੀ ਗੱਲ ਕੀਤੀ ਹੈ ਪਿਛਲੇ ਸ਼ਬਦ ਦੇ ਵਿੱਚ। ਜਿਸ ਜਲ ਨਿਤ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋੜੋ ਵੇਸ ਪੇਖ ਚਤੁਰਾਏ, ਦੁਬਿਧਾ ਇਹ ਫਲ ਨਾਹੀ ਜੀਓ। ਤੇ ਇੱਥੇ ਹੁਣ ਜਿਹੜੇ ਹੈਗੇ ਕੀ ਕਹਿ ਰਹੇ ਕਿ ਆਪਣਾ ਕਰ ਮੂਸਤ ਰਾਖ ਨਾ ਸਾਕੈ, ਕੀ ਪਰ ਕਰ ਜੋਹਨ ਲਾਗਾ।
ਇੱਕ ਹੀ ਭੇਤ ਹੈਗਾ। ਮੂਸਤ ਵਰਡ ਦਾ ਮਤਲਬ ਹੁੰਦਾ ਹੈ, ਮੂਸਤ ਦਾ ਮਤਲਬ ਹੁੰਦਾ ਹੈ ਲੁੱਟਦਾ। ਕੋਈ ਲੁੱਟ ਲੈਂਦਾ ਹੈ ਨਾ, ਲੁੱਟਣ ਵਾਲੀ ਗੱਲ ਹੋ ਰਹੀ ਹੈ। ਤੇ ਆਪਣਾ ਘਰ ਮੂਸਤ ਰਾਖ ਨਾ ਸਾਕੇ। ਕਹਿੰਦਾ ਤੂੰ ਫਾਉਲ ਕਰਦਾ ਹੈ ਦੁਨੀਆ ਦੇ ਵਿੱਚ ਆ ਕੇ, ਤੂੰ ਦੁਨੀਆ ਦੇ ਵਿੱਚ ਆ ਕੇ ਫਾਉਲ ਕਰਦਾ। ਤੂੰ ਜਿਹੜਾ ਹੈਗਾ, ਦੇਖ ਦੁਨੀਆ ਜਿਹੜੀ ਹੈਗੀ ਆ ਉਹ ਮਾਇਆ ਵਾਲੀ ਗੇਮ ਖੇਡ ਰਹੀ ਹੈ, ਮਾਇਆ ਦੇ ਵਿੱਚ ਗਲਤਾਨ ਹੈਗੀ, ਮਾਇਆ ਦੇ ਵਿੱਚ ਹੀ ਹੈਗੀ। ਉਹਨਾਂ ਨੂੰ ਰੱਬ ਵਾਲੇ ਰਸਤੇ 'ਤੇ, ਇਸ ਰਸਤੇ ਦੇ ਉੱਤੇ ਧਿਆਨ ਸਿਮਰਨ, ਇਹ ਜਿਹੜਾ ਹੈਗਾ ਲਿਵ ਵਾਲਾ ਰਸਤਾ, ਉਹਨਾਂ ਨੂੰ ਇੰਟਰਸਟ ਨਹੀਂ ਹੈਗਾ ਹਾਲੇ। ਉਹਨਾਂ ਨੂੰ ਇਸ ਰਸਤੇ 'ਤੇ ਆਉਣ ਦਾ ਉਹਨਾਂ ਨੇ ਹਾਲੇ ਕੋਈ ਸਿਗਨਲ ਨਹੀਂ ਦਿੱਤਾ ਇਸ ਰਸਤੇ 'ਤੇ ਆਉਣ ਦਾ। ਦੇਖ ਮਿੱਤਰਾ, ਤੂੰ ਸਿਗਨਲ ਦੇ ਚੁੱਕਾ ਹੈ, ਤੂੰ ਜਿਹੜਾ ਹੈਗਾ ਹੱਥ ਖੜਾ ਕਰ ਚੁੱਕਾ ਹੈ, ਤੂੰ ਜਿਹੜਾ ਹੈਗਾ ਇਸ ਰਸਤੇ ਦੇ ਉੱਤੇ ਗਤੀ ਕਰ ਰਿਹਾ ਹੈ, ਇਸ ਰਸਤੇ 'ਤੇ ਤੂੰ ਚੱਲਣਾ ਹੈ। ਇਸ ਕਰਕੇ ਤੂੰ ਦੇਖ ਕੀ ਕਰ ਰਿਹਾ ਹੈ, ਤੂੰ ਕੀ ਕਰ ਰਿਹਾ ਹੈ। ਆਪਣਾ ਘਰ ਮੂਸਤ ਰਾਖ ਨਾ ਸਾਕੇ। ਤੂੰ ਜਿਹੜਾ ਹੈਗਾ, ਤੇਰਾ ਘਰ ਜਿਹੜਾ ਹੈਗਾ, ਤੈਨੂੰ ਅੰਮ੍ਰਿਤ ਚਾਹੀਦਾ ਆ, ਤੂੰ ਅਮਰ ਹੋਣਾ ਹੈ, ਤੂੰ ਇਹ ਗੇਮ ਜਿੱਤਣਾ ਚਾਹੁੰਦਾ ਆ, ਅਤੇ ਤੇਰਾ ਆਪਣਾ ਘਰ ਜਿਹੜਾ ਹੈਗਾ ਲੁੱਟਿਆ ਜਾ ਰਿਹਾ ਆ। ਤੇਰਾ ਆਪਣਾ ਘਰ ਤਾਂ ਲੁੱਟਿਆ ਜਾ ਰਿਹਾ ਹੈ ਪਿਆਰਿਆ। ਕੀ ਪਰ ਕਰ ਜੋਹਨ ਲਾਗਾ। ਤੂੰ ਦੂਜਿਆਂ ਦੇ ਘਰ ਜਿਹੜਾ ਹੈਗਾ, ਦੂਜਿਆਂ ਦੇ ਘਰ ਦੇਖ ਰਿਹਾ ਹੈ। ਤੂੰ ਦੂਜਿਆਂ ਦੇ ਜਿਹੜੀ ਹੈਗੀ ਨੈਗੇਟਿਵਿਟੀ, ਦੂਜਿਆਂ ਦੇ ਅਵਗੁਣ ਦੇਖ ਰਿਹਾ ਹੈ। ਅਵਗੁਣਾਂ ਦੇ ਨਾਲ ਤਾਂ ਤੇਰਾ ਘਰ ਹੀ ਲੁੱਟਿਆ ਜਾ ਰਿਹਾ ਹੈ। ਅਵਗੁਣਾਂ ਦੇ ਨਾਲ ਤੇਰਾ ਘਰ ਲੁੱਟਿਆ ਜਾ ਰਿਹਾ ਅਤੇ ਤੂੰ ਦੂਜਿਆਂ ਦੇ ਅਵਗੁਣ ਦੇਖ ਰਿਹਾ ਹੈ। ਦੇਖ ਲਓ ਫਰੀਦ ਜੀ ਕੀ ਕਹਿੰਦੇ ਆ, ਕਹਿੰਦੇ ਕਿ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ। ਫਿਰ ਕਹਿੰਦੇ ਆਪਨ ਜਿਹੜੇ ਗਿਰੀਵਾਨ ਮੇ ਸਿਰ ਨੀਵਾ ਕਰ ਦੇਖ। ਆਪਾਂ ਤਾਂ ਦੂਸਰੇ ਦੇ ਗਿਰੀਵਾਨ 'ਚ ਦੇਖ ਰਹੇ, ਦੂਸਰੇ ਦੇ ਅਵਗੁਣ ਦੇਖ ਰਹੇ ਭਾਈ। ਆਪਣਾ ਘਰ ਮੂਸਤ, ਆਪਣਾ ਘਰ ਲੁੱਟੀ ਜਾ ਰਿਹਾ ਹੈ, ਕੋਈ ਪਤਾ ਨਹੀਂ ਹੈ ਭਾਈ। ਆਪਾਂ ਤਾਂ ਆਪਣੇ ਆਪ ਨੂੰ ਸਰਟੀਫਿਕੇਟ ਦੇਤਾ ਵੀ ਮੈਂ ਤਾਂ ਬਿਲਕੁਲ 100% ਓਕੇ ਹਾਂ। ਜਿੰਨੀਆਂ ਵੀ ਗਲਤੀਆਂ ਆ 100% ਸਾਹਮਣੇ ਵਾਲੇ ਦੀਆਂ ਹੈ। ਬਸ ਆਹ ਦੇਖੋ ਇਹਦੇ ਅੰਦਰ ਕਿਸ ਤਰ੍ਹਾਂ ਬੋਲ ਰਿਹਾ, ਕਿੰਨਾ ਗੁੱਸਾ ਆ ਰਿਹਾ ਇਹਨੂੰ, ਕਿੰਨਾ ਆ ਹੋ ਰਿਹਾ ਇਹਦੇ ਅੰਦਰ, ਕਿੰਨਾ ਲੋਭ ਹੈ, ਕਿੰਨਾ ਫਲਾਨਾ ਹੈ। ਬਸ ਬਿਲਕੁਲ ਇਹੀ ਚਰਚਾ ਹੁੰਦੀ ਆ। ਅਗਲੇ ਦੇ ਨਾਲ ਭਿੜ ਜਾਂਦੇ ਆ, ਭਿੜ ਕੇ ਫਿਰ ਉਹਦੇ ਅਵਗੁਣ ਫੋਲਦੇ ਹਾਂ ਆਪਾਂ। ਬਸ ਸਿਰਫ ਆਹੀ ਕੁਛ ਹੈਗਾ। ਪ੍ਰੈਕਟੀਕਲੀ ਦੇਖ ਲਓ, ਬਿਲਕੁਲ ਸੱਚਾਈ ਹੈਗੀ ਆ ਇਹ। ਉਸ ਸ਼ਬਦ ਦੇ ਬਾਅਦ ਆਹ ਸ਼ਬਦ ਕਿਉਂ ਲਗਾਇਆ ਮਹਾਰਾਜ ਨੇ, ਇੱਥੋਂ ਹੁਣ ਪਤਾ ਲੱਗਦਾ ਭਾਈ। ਕਹਿੰਦੇ ਬੇਸ ਫੰਡਾਮੈਂਟਲ ਪ੍ਰੋਬਲਮ ਇਹ ਹੈਗੀ, ਦੇਖ ਤੇਰੇ ਸਵਾਸ ਜਿਹੜੇ ਹੈਗੇ ਤੂੰ ਦੂਜਿਆਂ ਦੇ ਉੱਤੇ ਲਗਾ ਰਿਹਾ ਹੈ, ਦੂਜਿਆਂ ਦੇ ਅਵਗੁਣ ਫੋਲਣ ਦੇ ਉੱਤੇ ਤੇਰੇ ਕੀਮਤੀ ਸਵਾਸ ਲਗਾ ਰਿਹਾ। ਤੈਨੂੰ ਕੀ ਲੋੜ ਪਈ ਹੈ? ਤੂੰ ਇੰਨਾ ਦਾਨੀ ਹੈਗਾ ਵੀ ਆਪਣਾ ਜੀਵਨ ਬਰਬਾਦ ਕਰਕੇ, ਆਪਣਾ ਘਰ ਲੁਟਾ ਕੇ ਤੇ ਦੂਸਰੇ ਦਾ ਘਰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਤੂੰ ਹੈ ਤੇਰੇ ਅੰਦਰ ਇਸ ਤਰ੍ਹਾਂ ਦੀ ਭਾਵਨਾ, ਤੇਰੇ ਅੰਦਰ ਹੈ ਐਸੀ ਭਾਵਨਾ। ਆਪਣਾ ਘਰ ਮੂਸਤ ਰਾਖ ਨਾ ਸਾਕੇ। ਹਿੱਲਣ ਨੂੰ ਹੀ ਦਿਲ ਨਹੀਂ ਕਰਦਾ ਜੀ, ਹਿੱਲਣ ਨੂੰ ਦਿਲ ਨਹੀਂ ਕਰਦਾ। ਇਸ ਤਰ੍ਹਾਂ ਦਾ ਗਿਆਨ ਹੈਗਾ ਇਹ। ਆਪਣਾ ਘਰ ਮੂਸਤ ਰਾਖ ਨਾ ਸਾਕੇ, ਕੀ ਪਰ ਕਰ ਜੋਹਨ ਲਾਗਾ। ਔਰ ਸੇਮ ਚੀਜ਼ ਦੇਖ ਲਓ, ਮੇਰੇ ਵਰਗੇ ਜਿਹੜੇ ਹੈਗੇ ਆ, ਮਾੜਾ ਜਿਹਾ ਥੋੜ੍ਹਾ ਕੁਛ ਕਣੀ ਆਈ ਹੋਣੀ, ਕੁਛ ਪਤਾ ਲੱਗਿਆ, ਬਸ ਫਟਾਫਟ ਜਿਹੜਾ ਹੈਗਾ ਲੱਗ ਗਏ ਪ੍ਰਚਾਰ ਕਰਨ ਵਾਸਤੇ। ਦੇ ਦਨਾਦਨ ਬਸ ਸੁੱਟੀ ਜਾ ਰਹੇ। ਔਰ ਕਮਾਈ ਹੈ ਹੀ ਨਹੀਂ ਆ, ਗਿਆਨ ਹੈ ਹੀ ਨਹੀਂ ਹੈਗਾ। ਬਸ ਇੱਧਰੋਂ ਪੜ੍ਹਿਆ, ਇੱਧਰੋਂ ਲਿਆ ਔਰ ਦੇ ਦਿੱਤਾ ਗਿਆਨ। ਆਪਣਾ ਅੰਦਰ ਕੁਛ ਗਿਆਨ ਪੈਦਾ ਹੋਇਆ ਹੀ ਨਹੀਂ, ਕਮਾਈ ਆਪਣੀ ਹੈ ਹੀ ਨਹੀਂ। ਆਪਣਾ ਘਰ ਲੁੱਟੀ ਜਾ ਰਿਹਾ, ਆਪਣੇ ਘਰ ਲੁਟਾ ਰਹੇ ਹਾਂ ਆਪਾਂ। ਆਪਣੇ ਅੰਦਰ ਜਿਹੜੀ ਹੈਗੀ ਕੋਈ ਖਬਰ ਨਹੀਂ ਆਪਣੀ। ਆਪਣਾ ਘਰ ਮੂਸਤ
ਰਾਖ ਨਾ ਸਾਕੇ। ਕਹਿੰਦੇ ਨਹੀਂ ਰੱਖ ਸਕ ਰਿਹਾ ਤੂੰ, ਨਹੀਂ ਰੱਖ ਸਕ ਰਿਹਾ ਪਿਆਰਿਆ, ਨਹੀਂ ਰੱਖ ਸਕ ਰਿਹਾ। ਹੁਣ ਵੀ ਜਿਹੜਾ ਹੈਗਾ, ਹੁਣ ਵੀ ਆਪਣੇ ਅੰਦਰ ਛਾਤੀ ਮਾਰ, ਦੂਸਰੇ ਦੇ ਅੰਦਰ ਦੂਸਰੇ ਦੇ ਅਵਗੁਣ ਫੋਲਣੇ ਬਿਲਕੁਲ ਬੰਦ ਕਰ ਦੇ। ਦੂਸਰੇ ਨੂੰ ਸਰਟੀਫਿਕੇਟ ਦੇ 100% ਓਕੇ ਹੈਗਾ, ਉਹ 100% ਓਕੇ ਹੈਗਾ। ਜੋ ਕਮੀ ਹੈਗੀ ਆਪਣੇ ਵਿੱਚ ਹੈਗੀ। ਉਹ ਆਪਣੀ ਗੇਮ 'ਚ ਆ, ਉਹ ਜਿਹੜਾ ਹੈਗਾ ਉਹ ਰੱਬ ਦੇ ਰਸਤੇ 'ਤੇ ਨਹੀਂ ਹੈ। ਦੈਟਸ ਵਾਈ ਹੀ ਇਜ਼ 100% ਓਕੇ ਐਂਡ ਯੂ ਆਰ 100% ਰੋਂਗ। ਆਪਣਾ ਕਰ ਮੂਸਤ ਰਾਖ ਨਾ ਸਾਕੈ, ਕੀ ਪਰ ਕਰ ਜੋਹਨ ਲਾਗਾ। ਤੂੰ ਤਾਂ ਜਿਹੜਾ ਹੈਗਾ ਰੱਬ ਦੇ ਰਸਤੇ 'ਤੇ, ਤੂੰ ਤਾਂ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਸਮਝ ਰਿਹਾ ਹੈ ਵੀ ਮੈਂ ਜਿਹੜਾ ਹੈਗਾ ਭਗਤੀ ਕਰਨ ਲੱਗ ਪਿਆ ਹੈ। ਆਪਣਾ ਕਰ ਮੂਸਤ ਰਾਖ ਨਾ ਸਾਕੈ, ਕੀ ਪਰ ਕਰ ਜੋਹਨ ਲਾਗਾ। ਇੱਥੇ ਆ ਪੁਆਇੰਟ ਤੋਂ ਆਪਾਂ, ਜੇ ਤੂੰ ਇਸ ਗੱਲ ਨੂੰ ਮੰਨਣਾ ਹੈ ਤਾਂ ਅੱਗੇ ਭਗਤੀ ਹੋਏਗੀ, ਤਾਂ ਅੱਗੇ ਚੱਲਣੀ, ਨਹੀਂ ਤਾਂ ਕੋਈ ਗੱਲ ਨਹੀਂ, ਕੋਈ ਫਾਇਦਾ ਨਹੀਂ ਹੋਣਾ। ਆਹ ਨੁਕਤਾ ਜੇ ਫੜਨਾ ਚਾਹੁੰਦਾ ਆ ਤਾਂ ਗੱਲ ਬਣਨੀ ਹੈ ਤੇਰੀ, ਤਾਂ ਉਹ ਅੰਮ੍ਰਿਤ ਰਸ ਤੱਕ ਚਲੇ ਜਾਏਗਾ, ਤਾਂ ਮਾਲਕ ਪਰਮਾਤਮਾ ਆਪਣੀ ਆਤਮਾ ਤੇਰੀ ਅੰਦਰ ਤੇਰੀ ਪ੍ਰਗਟ ਹੋ ਜਾਏਗੀ, ਤਾਂ ਤੇਰਾ ਮਨ ਵਿੰਨਿਆ ਜਾਏਗਾ। ਨਹੀਂ ਤਾਂ ਪਿਆਰਿਆ ਮਨ ਤਕੜਾ ਹੋਈ ਜਾਏਗਾ, ਕਾਲਕ ਵਧੀ ਜਾਏਗੀ, ਤੇਰੇ ਅਵਗੁਣ ਉਸੇ ਤਰੀਕੇ ਦੇ ਨਾਲ ਦੂਸਰੇ ਦਾ ਘਰ ਜਿਹੜਾ ਤੱਕੇਗਾ ਅਤੇ ਦੂਸਰੇ ਦੇ ਅਵਗੁਣ ਆਪਣੇ ਅੰਦਰ ਆਈ ਜਾਣੇ ਤੇਰੇ ਅੰਦਰ। ਕਿਉਂਕਿ ਤੂੰ ਜਿਸ ਜਗ੍ਹਾ 'ਤੇ ਇਨਸਾਨ ਆਪਣੇ ਸਵਾਸ ਲਗਾਉਂਦਾ ਹੈ, ਜਿਸ ਜਗ੍ਹਾ 'ਤੇ ਉਹੀ ਲੀਹਾਂ ਆਪਣੇ ਅੰਦਰ ਬਣ ਜਾਂਦੀਆਂ। ਤੂੰ ਦੂਸਰੇ ਦੇ ਅਵਗੁਣ ਫੋਲ ਰਿਹਾ ਹੈ, ਇਸ ਕਰਕੇ ਅਵਗੁਣਾਂ ਦਾ ਬਿਜ਼ਨਸ ਕਰ ਰਿਹਾ ਹੈ ਪਿਆਰਿਆ, ਅਤੇ ਅਵਗੁਣਾਂ ਦਾ ਬਿਜ਼ਨਸ ਕਰ ਰਿਹਾ ਹੈ ਅਤੇ ਤੈਨੂੰ ਉਹਨਾਂ ਦਾ ਪ੍ਰੋਫਿਟ ਤਾਂ ਹੋਏਗਾ ਨਾ। ਕਿਉਂ ਨਹੀਂ ਹੋਏਗਾ ਦੱਸ ਮੈਨੂੰ, ਕਿਉਂ ਨਹੀਂ ਹੋਏਗਾ ਤੈਨੂੰ ਉਹਦਾ ਤੇਰੇ ਅੰਦਰ। ਤੂੰ ਜਦ ਕਾਜਲ ਕੀ ਕੋਠੜੀ में ਜਿਹੜਾ ਵੀ ਜਾਊਗਾ, ਕੱਜਲ ਦੀ ਕੋਠੜੀ में ਜਿਹੋ ਜਿਹਾ ਸਿਆਣਾ ਵੀ ਜਾਊਗਾ, ਕੁਛ ਨਾ ਕੁਛ ਦਾਗ ਤਾਂ ਲੱਗੇਗਾ ਉਹਨੂੰ। ਆਪਣਾ ਕਰ ਮੂਸਤ ਰਾਖ ਨਾ ਸਾਕੈ, ਕੀ ਪਰ ਕਰ ਜੋਹਨ ਲਾਗਾ। ਘਰ ਦਰ ਰਾਖੈ ਜੇ, ਇੱਥੇ ਘਰ ਦਰ ਰਾਖੈ ਜੇ ਰਸ ਚਾਖੇ, ਬਈ ਜੇ ਰਸ ਚੱਖ ਲੇਗਾ ਤੇ ਘਰ ਦਰ ਰੱਖਿਆ ਜਾਊਗਾ। ਉਹ ਵਾਹ ਬਈ ਵਾਹ, ਜੇ ਰਸ ਹੀ ਪਹਿਲਾਂ ਚੱਖ ਲੈਣਾ ਤੇ ਫਿਰ ਭਗਤੀ ਕਰਨ ਦੀ ਕੀ ਲੋੜ ਹੈ। ਘਰ ਦਰ ਰਾਖੈ ਜੇ, ਇੱਥੇ ਤੱਕ ਜਾਓ, ਜੇ ਤੱਕ ਰਸ ਚਾਖੇ ਤਾਂ ਅੰਮ੍ਰਿਤ ਰਸ ਚੱਖ ਸਕਦਾ ਹੈ, ਪ੍ਰੋਬੇਬਿਲਿਟੀ ਹੈਗੀ। ਜੋ ਗੁਰਮੁਖ ਸੇਵਕ ਲਾਗਾ। ਔਰ ਕਿਹੜਾ ਘਰਦਾਰ ਕਿਹੜਾ ਰੱਖ ਸਕਦਾ ਹੈ, ਕਹਿੰਦੇ ਜਿਹੜਾ ਗੁਰੂ ਤੋਂ ਗਿਆਨ ਲੈ ਲੈਂਦਾ ਹੈ, ਗੁਰੂ ਦੇ ਅਨੁਸਾਰ ਦੱਸੀ ਕਾਰਵਾਈ ਕਰਦਾ ਹੈ, ਗੁਰੂ ਤੋਂ ਜਿਹਨੇ ਕਿਰਿਆਤਮਕ ਸੇਧ ਲੈ ਲਈ, ਜਿਹਨੇ ਗੁਰੂ ਤੋਂ ਜਿਹੜੀ ਹੈਗੀ ਆ, ਗੁਰੂ ਕਿਵੇਂ ਆਪਣਾ ਘਰ ਕਿਵੇਂ ਰੱਖਣਾ ਹੈ, ਗੁਰੂ ਦਾ ਗਿਆਨ, ਆ ਗੁਰੂ ਤੋਂ ਸੇਧ ਲੈ ਰਹੇ ਆਪਾਂ। ਆ ਪਹਿਲੀ ਪਾਤਸ਼ਾਹੀ ਆਪਾਂ ਨੂੰ ਦੱਸ ਰਹੀ ਹੈ ਭਾਈ, ਆਹ ਨੁਕਤੇ ਜਿਹਨੇ ਫੜ ਲਏ। ਆ ਜਿਹੜੇ ਇਨਸਾਨ ਨੇ ਆਪਣੇ ਅਵਗੁਣ ਫੋਲਣੇ ਸ਼ੁਰੂ ਕਰਤੇ, ਦੂਸਰੇ ਦੇ ਨਾਲ ਦੂਸਰੇ ਨੂੰ ਮਾਫ ਕਰ ਦਿੱਤਾ, ਉਹਨੇ ਆਪਣਾ ਘਰ ਰੱਖ ਲਿਆ, ਉਹਨੇ ਆਪਣਾ ਘਰ ਰੱਖ ਲਿਆ, ਨਹੀਂ ਤਾਂ ਲੁਟਾ ਦਿੱਤਾ। ਕਿਉਂਕਿ ਲੁਟਾਉਣਾ ਕੀ ਹੈਗਾ, ਵਿਚਾਰ ਚੱਲਣੇ ਆ। ਫਿਰ ਉਹੀ ਲੁਟਾ ਰਹੇ ਆਪਾਂ, ਧਨ ਤਾਂ ਉਹੀ ਹੈ ਆਪਣੇ ਕੋਲ, ਸਵਾਸ ਹੀ ਤਾਂ ਧਨ ਹੈਗੇ, ਸਵਾਸ ਹੀ ਧਨ ਹੈਗਾ, ਉਹੀ ਲੁਟਾ ਰਹੇ ਆਪਾਂ। ਆਪਣਾ ਕਰ ਮੂਸਤ ਰਾਖ ਨਾ ਸਾਕੈ, ਕੀ ਪਰ ਕਰ ਜੋਹਨ ਲਾਗਾ। ਇਹ ਪਤਾ ਨਹੀਂ ਕਿਸ ਤਰ੍ਹਾਂ ਇਸ ਤਰ੍ਹਾਂ ਦਾ ਗਿਆਨ ਜਿਹੜਾ ਹੈਗਾ ਆਪਾਂ ਜਦ ਜਿਹੜਾ ਸਟਾਰਟ ਕਰਦੇ ਹਾਂ ਨਾ ਸ਼ਬਦ ਨੂੰ, ਉਹ ਜਿਹੜਾ ਹੈਗਾ ਉੱਥੇ ਹੀ ਅੜ ਕੇ ਰਹਿ ਜਾਂਦੇ ਹਾਂ। ਸ਼ੁਰੂ ਦੇ ਵਿੱਚ ਐਸਾ ਜਿਹੜਾ ਹੈਗਾ ਮਾਲਕ ਦੀ ਪਤਾ ਨਹੀਂ ਕਿਹੋ ਜੀ ਐਸਾ ਹੈਗਾ। ਆਪਣਾ ਕਰ ਮੂਸਤ ਰਾਖ ਨਾ ਸਾਕੈ, ਕੀ ਪਰ ਕਰ ਜੋਹਨ ਲਾਗਾ। ਕਰ ਦਰ ਰਾਖੈ ਜੇ ਰਸ ਚਾਖੈ, ਕਰ ਦਰ ਰਾਖੈ ਜੇ ਰਸ ਚਾਖੈ, ਜੋ ਗੁਰਮੁਖ ਸੇਵਕ ਲਾਗਾ। ਬਸ ਗੁਰੂ ਦੇ ਅਨੁਸਾਰ ਸੇਵਕ ਜਿਹੜਾ ਲੱਗ ਗਿਆ ਇਸ ਕੰਮ ਦੇ ਉੱਤੇ, ਇਸ ਕੰਮ 'ਤੇ ਲੱਗ ਗਿਆ, ਆਪਣੇ ਘਰ ਨੂੰ ਰੱਖਣ ਵਾਸਤੇ ਲੱਗ ਗਿਆ। ਜਿਹਨੇ ਗੁਰੂ ਦੇ ਅਨੁਸਾਰ ਜਿਹੜੀ ਸੇਵਾ ਹੈ, ਉਸ ਸੇਵਾ ਦੇ ਵਿੱਚ ਲੱਗ ਗਿਆ, ਧਿਆਨ ਸਿਮਰਨ ਦੇ ਵਿੱਚ ਲੱਗ ਗਿਆ। ਬਸ ਉਹਨੇ ਰੱਖ ਲੈਣਾ ਹੈ ਆਪਣਾ ਘਰ,
ਉਹਨੇ ਆਪਣਾ ਘਰ ਰੱਖ ਲੈਣਾ। ਕਈ ਇੱਥੇ ਨਾ ਮੈਨੂੰ ਇੱਕ ਚੀਜ਼ ਯਾਦ ਆ ਰਹੀ ਆ ਬਈ ਦੇਖੋ ਕੋਈ ਇਨਸਾਨ ਜਿਹੜਾ ਹੈਗਾ, ਦੇਖੋ ਇੱਕ ਇਨਸਾਨ ਹੈਗਾ, ਉਹ ਜਿਹੜਾ ਹੈਗਾ ਸਵੇਰੇ ਉੱਠ ਰਿਹਾ, ਬਹੁਤ ਸਵੇਰੇ ਉੱਠ ਕੇ ਨਹਾ ਰਿਹਾ ਹੈ, ਨਹਾ ਧੋ ਕੇ ਇਸ਼ਨਾਨ ਕਰਕੇ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਪੂਰੀ ਤਰ੍ਹਾਂ ਸਵੱਛ ਹੋ ਕੇ ਬੈਠਾ ਹੈ। ਉਹਨੇ ਵਿੱਚ ਉਹਨੇ ਤਕਰੀਬਨ ਜਿਹੜਾ ਹੈਗਾ 40-50 ਮਿੰਟ ਲਗਾ ਦਿੱਤੇ ਉਹਦੇ 'ਤੇ ਬੈਠ ਕੇ ਉਹਨੇ ਕੀ ਕਰਨਾ ਹੈ, ਬੈਠ ਕੇ ਜਿਹੜੇ ਗੁਰਬਾਣੀ ਪੜ੍ਹੀ, ਚਲੋ ਗੁਰਬਾਣੀ ਪੜ੍ਹੀ, ਨਿਤਨੇਮ ਕੀਤਾ, ਉਹ ਵੀ ਜਿਹੜਾ ਹੈਗਾ ਹਾਲੇ ਕੀ ਕਰ ਰਿਹਾ ਹੈ, ਹਾਲੇ ਜਿਹੜਾ ਹੈਗਾ ਉਹ ਗਿਆਨ ਲੈ ਰਿਹਾ ਹੈ, ਪਿਆਰ ਪੈ ਰਿਹਾ, ਗਿਆਨ ਲੈ ਰਿਹਾ ਹੈ। ਅਤੇ ਹਾਲੇ ਜੇ ਉਸਨੇ ਜਿਹੜਾ ਹੈਗਾ, ਜੇ ਉਸਨੇ ਧਿਆਨ ਸਿਮਰਨ ਕੀਤਾ, ਅਸਲੀ ਕੰਮ ਕੀ ਹੈਗਾ ਵੀ ਅਸਲੀ ਕੰਮ ਹੈਗਾ ਵੀ ਆਪਣੀ ਆਤਮਾ ਦੇ ਨੇੜੇ ਹੋਣਾ, ਆਤਮਾ ਦੇ ਨੇੜੇ ਹੋਣਾ, ਆਤਮਾ ਅੰਦਰ ਹੀ ਹੈਗੀ, ਉਹਦੇ ਨੇੜੇ ਵਿਚਾਰ ਬੰਦ ਕਰਨੇ। ਅਸਲੀ ਕਾਰਵਾਈ ਆ ਹੈਗੀ ਆ, ਆਪਣੇ ਅੰਦਰ ਵੜਿਆ, ਆਪਣੇ ਅੰਦਰ ਬੈਠਾ, ਆਹ ਕੰਮ ਕਰਨਾ ਹੈ। ਜੇ ਤਾਂ ਉਹਨੇ ਇਹ ਕੰਮ ਕੀਤਾ ਤਾਂ ਜਿਹੜਾ ਹੈਗਾ ਫਾਇਦਾ ਹੋ ਜਾਏਗਾ। ਜੇ ਉਹਨੇ ਇਹ ਕੰਮ ਨਹੀਂ ਕੀਤਾ ਤੇ ਭਾਈ ਫਿਰ ਉਹਨੇ ਯਾਤਰਾ ਹੀ ਨਹੀਂ ਕੀਤੀ। ਫਿਰ ਯਾਤਰਾ ਕਿੱਥੇ ਕੀਤੀ ਹੈ ਦੱਸੋ ਤਾਂ ਸਹੀ ਨਾ, ਕਿੱਥੇ ਯਾਤਰਾ ਕੀਤੀ ਆ। ਔਰ ਇੱਕ ਆਦਮੀ ਹੈਗਾ, ਉਹਨੇ ਕੁਛ ਨਹੀਂ ਕੀਤਾ, ਸਿੱਧਾ ਜਾ ਕੇ ਧਿਆਨ ਦੇ ਵਿੱਚ ਬੈਠ ਗਿਆ। ਔਰ ਇਹ ਜਿਹੜਾ ਹੈਗਾ ਇਹਨੇ ਵੀ ਚਲੋ ਇਹ ਵੀ ਧਿਆਨ 'ਚ ਬੈਠਿਆ, ਦੋਨੋਂ ਧਿਆਨ 'ਚ ਬੈਠੇ ਅਤੇ ਦੋਨੋਂ ਪਹੁੰਚ ਗਏ ਉਸ ਜਗ੍ਹਾ ਦੇ ਉੱਤੇ ਜਿੱਥੇ ਵੀ ਪਹੁੰਚਣਾ, ਦੋਨੋਂ ਪਹੁੰਚ ਗਏ। ਉਹ ਜਿਹੜਾ ਹੈਗਾ ਉਹ ਜਿਹੜਾ ਸ਼ਾਰਟਕਟ ਨਾਲ ਪਹੁੰਚ ਗਿਆ, ਇਹ ਜਿਹੜਾ ਲੌਂਗ ਵੇ ਨਾਲ ਪਹੁੰਚ ਗਿਆ। ਜੇ ਇਹਨੇ ਵੀ ਧਿਆਨ ਸਿਮਰਨ ਕੀਤਾ ਹੈ ਤਾਂ, ਜੇ ਇਹਨੇ ਵੀ ਵਿਚਾਰ ਬੰਦ ਕੀਤੇ ਹੈ ਤਾਂ ਪਹੁੰਚ ਗਿਆ। ਜੇ ਕੀਤੇ ਹੀ ਨਹੀਂ ਹੈਗੇ ਤਾਂ ਇਹ ਕਿਵੇਂ ਪਹੁੰਚ ਜਾਊਗਾ ਭਾਈ। ਗੱਲ ਦੇ ਵਿੱਚ ਬਹੁਤ ਵਜ਼ਨ ਹੈ ਪਿਆਰਿਓ। ਆਪਾਂ ਨੇ ਫੜਨੀ ਹੈ ਗੱਲ, ਆਪਾਂ ਨੇ ਦੂਸਰਿਆਂ ਨੂੰ ਨਹੀਂ ਉਹ ਕਰਨਾ। ਗੱਲ ਦੇਖੇ ਸੁਣੇ ਆਂਖੇ ਮੀਟੇ ਪਾਈਏ ਨਾ ਪਰਮ ਪਦ। ਹਾਂ, ਗੁਰੂ ਉਪਦੇਸ਼ ਨਾ ਕਮਾਈਏ। ਹਾਂ, ਗੁਰੂ ਉਪਦੇਸ਼ ਗਏ ਜੋਲੋ ਨਾ ਕਮਾਈਏ। ਬਿਲਕੁਲ ਦੇਖ ਲਓ, ਗੱਲ ਬਹੁਤ ਵਜ਼ਨਦਾਰ ਹੈਗੀ ਆ। ਇਹ ਤਾਂ ਪਤਾ ਨਹੀਂ ਕਿਸ ਤਰ੍ਹਾਂ ਮਾਲਕ ਪਰਮਾਤਮਾ ਜਿਹੜਾ ਹੈਗਾ ਇਸ ਜਗ੍ਹਾ 'ਤੇ ਜਿਹੜਾ ਹੈਗਾ ਆਹ ਗਿਆਨ ਦੇ ਰਿਹਾ ਹੈ। ਕਿਉਂਕਿ ਪਰਪਸ ਜਿਹੜਾ ਹੈਗਾ ਨਾ, ਪਰਪਸ ਜਿਹੜੀ ਜਰਨੀ ਜਿਹੜੀ ਹੈਗੀ ਆ ਨਾ, ਆਪਾਂ ਕਿੰਨਾ ਮਰਜ਼ੀ ਜਿਹੜਾ ਦੇਖੋ ਤਿਆਰ, ਬੱਚੇ ਨੂੰ ਸਕੂਲ ਜਿਹੜਾ ਡਰੈਸ ਕੋਡ ਪਾ ਤਾ, ਸਾਰੇ ਬੂਟ ਪਾ ਲਏ, ਸਾਰੇ ਬਸਤਾ ਦੇਤਾ, ਬਸਟ ਵਧੀਆ ਤੋਂ ਵਧੀਆ ਬੈਗ ਦੇਤਾ, ਵਧੀਆ ਤੋਂ ਵਧੀਆ ਡਰੈਸ, ਵਧੀਆ ਤੋਂ ਸਾਰਾ ਕੁਛ, ਔਰ ਉੱਥੇ ਚਲਾ ਗਿਆ। ਔਰ ਉੱਥੇ ਜਾ ਕੇ ਜੇ ਪੜ੍ਹਾਈ ਨਹੀਂ ਕੀਤੀ, ਆਪਾਂ ਨੇ ਜਿਹੜਾ ਪਰਪਸ ਜਰਨੀ ਤਾਂ ਜਿਹੜੀ ਹੈਗੀ ਆ ਉਹ ਤਾਂ ਅੰਦਰ ਵੜਨਾ, ਵਿਚਾਰ ਬੰਦ ਕਰਨੇ ਜਰਨੀ ਹੈਗੀ ਮਾਲਕ। ਔਰ ਜਰਨੀ ਕੀ ਹੈਗੀ ਵੀ ਜਪਣ ਤੋਂ ਸ਼ੁਰੂ ਹੋਣੀ ਹੈ। ਜਪਣਾ ਕੀ ਹੁੰਦਾ ਹੈ ਭਾਈ, ਜਪਣਾ ਕੀ ਚੀਜ਼ ਹੈਗੀ। ਇਹ ਵੀ ਜਿਹੜਾ ਹੈਗਾ ਦੇਖੋ, ਜਪਣਾ ਤਾਂ ਯਾਦ ਕਰਨਾ ਹੈ, ਜਪਣਾ ਤਾਂ ਯਾਦ ਕਰਨਾ ਹੈ। ਰਾਮ ਰਾਮ ਰਾਮ, ਪਰਮੇਸ਼ਰ ਨੂੰ ਜਪਣਾ ਹੋ ਗਿਆ, ਵਾਹਿਗੁਰੂ ਵਾਹਿਗੁਰੂ, ਮਾਲਕ ਨੂੰ ਯਾਦ ਕਰਨਾ ਸ਼ੁਰੂ ਕਰਤਾ। ਮਾਲਕ ਨੂੰ ਯਾਦ ਕਰ ਰਹੇ ਹਾਂ ਆਪਾਂ, ਮਾਲਕ ਨੂੰ ਯਾਦ ਕਰਨੇ ਬਸ ਇਸੇ ਵਾਸਤੇ ਬਈ ਤੂੰ ਜਿਹੜਾ ਹੈਗਾ ਤੇਰੇ ਅੰਦਰ ਤੂੰ ਆਤਮਾ ਹੈਗਾ, ਤੂੰ ਪਰਮਾਤਮਾ ਹੈਗਾ, ਤੂੰ ਸਰੀਰ ਨਹੀਂ ਹੈਗਾ। ਆਹ ਚੀਜ਼ ਯਾਦ ਰੱਖਣੀ ਆ। ਇਸੇ ਵਾਸਤੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ, ਆਹੀ ਤਾਂ ਜਪਣਾ ਹੈਗਾ। ਜਿਹੜਾ ਧਿਆਨ ਦੇ ਵਿੱਚ ਬੈਠ ਗਿਆ ਉਹ ਤਾਂ ਸਾਹਮਣੇ ਆਤਮਾ ਨੂੰ, ਤਾਂ ਆਤਮਾ ਦੇ ਵਿੱਚ ਤਾਂ ਜੁੜਿਆ ਹੋਇਆ। ਉਹਨੇ ਕਿਹਨੂੰ ਜਪਣਾ ਹੈ, ਕੀ ਜਪਣਾ ਹੈ? ਉਹ ਜਪਣਾ ਤਾਂ ਉਹਨੇ ਜਿਹੜਾ ਭੁੱਲਿਆ ਹੋਇਆ। ਇਹ ਵੀ ਜਿਹੜਾ ਹੈਗਾ ਵਿਚਾਰ ਕਰ ਲੈਣਾ ਜੀ। ਇਹ ਜਪਣਾ ਜਿਹੜਾ ਹੈ, ਜਪਣਾ ਸਮਰਨ ਜਿਹੜਾ ਜਿਹਨੂੰ ਸਮਰਨਿਆ ਆਤਮਾ ਦਾ, ਵੀ ਮੈਂ ਜਿਹੜਾ ਹੈਗਾ, ਮੈਂ ਸਰੀਰ ਨਹੀਂ ਹੈਗਾ, ਮੈਂ ਆਤਮਾ ਦੇ ਵਿੱਚ ਬੈਠਣਾ, ਵਿਚਾਰ ਛੱਡਣੇ ਆ ਬਸ। ਉਹ ਤਾਂ ਜਿਹੜਾ ਹੈਗਾ ਜਿਹਨੂੰ ਸਮਰਨ ਹੈਗਾ, ਆਹ ਚੀਜ਼ ਯਾਦ ਰੱਖ ਲਓ। ਔਰ ਧਿਆਨ, ਬਸ ਧਿਆਨ ਵੀ ਇਹੀ ਹੈ, ਆਹੀ ਧਿਆਨ ਹੈ। ਕੀ ਧਿਆਨ ਬਈ ਮੈਂ ਆਤਮਾ ਆ, ਮੇਰੀ ਸੁਰਤ ਆਤਮਾ ਦੇ ਵਿੱਚ ਜਾਣੀ, ਆਹ ਧਿਆਨ ਹੈ ਬਸ। ਬਿਲਕੁਲ ਸਿੰਪਲੀਫਾਈ ਹੋ ਗਈ ਹੈ ਗੇਮ, ਬਿਲਕੁਲ ਬਹੁਤ ਹੀ ਜ਼ਿਆਦਾ ਜਿਹੜੀ ਹੈ ਨਾ, ਬਿਲਕੁਲ ਜਿਹੜੀ ਹੈਗੀ ਆ ਮਾਲਕ ਨੇ ਪਤਾ ਨਹੀਂ ਜਿਹੜਾ ਹੈਗਾ ਕਿਸ ਤਰ੍ਹਾਂ ਜਿਹੜੇ ਹੈਗੇ ਇਹ ਇਸ ਤਰ੍ਹਾਂ ਦੇ ਜਿਹੜੇ ਹੈਗੇ ਆਪਾਂ ਨੂੰ ਜਿਹੜੇ ਹੈਗੇ ਖੋਲ ਕੇ ਜਿਹੜੇ ਆ ਮੋਤੀ ਜਿਹੜੇ ਹੈਗੇ ਆਪਣੀ ਝੋਲੀ 'ਚ ਪਾ ਰਿਹਾ ਹੈ। ਠੀਕ ਹੈ ਵੀਰ ਜੀ, ਜੇਬਾਂ ਤੋਂ ਲੈ ਕੇ ਸੁਰਤੀ ਦੇ ਵਿੱਚ ਫਿਰ ਜਪਣਾ ਸ਼ੁਰੂ। ਹਾਂ ਬਸ ਉਹੀ ਹੈ ਬਈ ਆਪਾਂ ਆਤਮਾ ਦੇ ਨਾਲ
ਦੇਖੋ ਸੁਰਤ ਤੁਹਾਡੀ ਆਤਮਾ ਵੱਲ ਨੂੰ ਹੋ ਗਈ ਆ ਬਸ ਇਹ ਜਪਣਾ ਹੋ ਗਿਆ ਜਪਣਾ। ਹਾਂਜੀ, ਡਾਇਰੈਕਸ਼ਨ ਮੋੜਨੀ। ਹਾਂ ਬਈ ਜਪਣਾ ਕੀ ਹੈ? ਮਾਲਕ ਨੂੰ ਯਾਦ ਕਰਨਾ। ਬਈ ਤੂੰ ਤਾਂ ਮਾਇਆ ਨੂੰ ਯਾਦ ਕਰ ਰਿਹਾ, ਤੂੰ ਤਾਂ ਉਧਰ ਨੂੰ ਜਾ ਰਿਹਾ, ਤੂੰ ਤਾਂ ਮਾਇਆ ਨੂੰ ਜਪ ਰਿਹਾ, ਤੇਰਾ ਧਿਆਨ ਤਾਂ ਉਧਰ ਆ। ਧਿਆਨ ਆ, ਜਪਣਾ ਵੀ ਧਿਆਨ ਹੀ ਹੈਗਾ ਭਾਈ, ਜਪਣਾ ਵੀ ਧਿਆਨ ਹੀ ਹੈਗਾ। ਬਈ ਮਾਲਕ ਵੱਲ ਨੂੰ ਧਿਆਨ ਕਰਨਾ, ਆਤਮਾ ਵੱਲ ਨੂੰ ਧਿਆਨ ਕਰਨਾ, ਆਹੀ ਜਪਣਾ ਹੈਗਾ। ਜਪਣਾ ਧਿਆਨ ਦਾ ਸਟਾਰਟਿੰਗ ਪੁਆਇੰਟ ਹੈਗਾ। ਠੀਕ ਹੈ ਜੀ ਭਾਜੀ। ਜਿਹੜੇ ਵਿਚਾਰ ਆਉਂਦੇ ਆ ਉਹਨਾਂ ਦਾ ਕਾਰਨ ਆ ਕਿਉਂਕਿ ਕਾਰਨ ਸਰੀਰ ਆ, ਔਰ ਉਹ ਕਾਰਨ ਸਰੀਰ ਨੂੰ ਮਤਲਬ ਓਵਰਟੇਕ ਕਰਕੇ ਆਤਮਾ ਨੂੰ ਆਪਣੀ ਗਤੀ ਕਰਨੀ ਆ, ਔਰ ਤਾਂ ਨਾਮ ਜਪਣਾ। ਕਿਉਂਕਿ ਇਹ ਜਿੱਦਾਂ ਤੁਸੀਂ ਆ ਕਲੀਅਰ ਕਰਤਾ ਕਿ ਤੂੰ ਇੱਕ ਆਤਮਾ ਦੀ ਅੰਸ਼ ਆ, ਤੂੰ ਹੀ ਪਰਮਾਤਮਾ ਆ, ਤੂੰ ਪੂਰਾ ਚਾਂਸ ਕਰਕੇ ਤੂੰ ਪਰਮਾਤਮਾ ਬਣ ਸਕਦਾ। ਬਸ ਉੱਥੇ ਹੀ ਜਾਣਾ, ਉਸੇ ਕੋਲ ਬੈਠਣਾ ਹੈ ਆਪਾਂ ਨੇ। ਬਸ ਆਹੀ ਜਪਣਾ, ਆਹੀ ਧਿਆਉਣਾ, ਆਹੀ ਸਮਰਨਾ। ਬਸ ਉਹਦੇ ਕੋਲ ਜਾ ਕੇ ਸੁਰਤ ਨੇ ਉਹਦੇ ਕੋਲ ਟਿਕਣਾ ਹੈ, ਉਹਦੇ ਵੱਲ ਨੂੰ ਟਿਕਣਾ ਹੈ। ਬਸ ਇਹਦੇ ਵਾਸਤੇ ਹੀ ਜਿਹੜਾ ਹੈ ਆਹੀ ਸਾਰਾ ਕੁਛ ਹੈ। ਗੇਮ ਆਹੀ ਹੈਗੀ, ਇੰਨੀ ਕੀ ਗੇਮ ਹੈਗੀ। ਬਸ ਵਿਚਾਰ ਆਪਣੇ ਆਪ ਬੰਦ ਹੋ ਜਾਣਗੇ ਜਦ ਤੁਹਾਡੀ ਸੁਰਤ ਹੀ ਦੂਸਰੇ ਪਾਸੇ ਚਲੀ ਗਈ। ਵਿਚਾਰ ਲੈਣ ਵਾਲਾ ਹੈ ਕੌਣ? ਵਿਚਾਰ ਲੈਣ ਵਾਲਾ ਹੈ ਕੌਣ? ਆਪਾਂ ਠੀਕ ਹੈ ਜੀ ਚਿਰੰਜੀਵ ਜੀ, ਚੱਲੀਏ ਅੱਗੇ। ਹਾਂ ਨਹੀਂ ਬਸ ਭਾਜੀ ਇਹੀ ਆ ਕਿ ਕਈ ਵਾਰੀ ਜਿਹੜੇ ਇਹ ਸੰਸਕਾਰ ਆ ਤੇਰੇ ਆਪਣੇ ਕਾਰਨ ਸਰੀਰ ਆ ਉਹ ਭਾਰੀ ਪੈ ਜਾਂਦਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਹੈ, ਕੋਈ ਗੱਲ ਨਹੀਂ ਹੈ। ਕੋਈ ਗੱਲ ਨਹੀਂ, ਹਰ ਵੇਲੇ ਰੋਜ਼ ਹਾਰਦੇ ਆ ਜੀ ਇਸ ਚੀਜ਼। ਕੋਈ ਗੱਲ ਨਹੀਂ ਹੈ, ਕੋਈ ਗੱਲ ਨਹੀਂ ਹੈ। ਬਸ ਕੱਪੜੇ ਨਹੀਂ ਝਾੜਨੇ ਬਸ। ਔਰ ਕੋਈ ਦਿਨ ਨਾਗਾ ਨਹੀਂ ਕਰਨਾ। ਮਾਲਕ ਦੇ ਅੱਗੇ ਪੁਕਾਰ ਕਰਨੀ ਹੈ। ਹਾਰਦੇ ਹੈਗੇ ਆ ਤੇ ਕਿਉਂ ਹਾਰਦੇ ਆ? ਕਿਉਂਕਿ ਮਾਲਕ ਨੇ ਉਹਨਾਂ ਨੂੰ ਤਾਕਤ ਜ਼ਿਆਦਾ ਦਿੱਤੀ, ਆਪਾਂ ਨੂੰ ਨਹੀਂ ਦਿੱਤੀ। ਬਸ ਮਾਲਕ ਨੇ ਜਦ ਆਪਾਂ ਨੂੰ ਤਾਕਤ ਦੇ ਦਿੱਤੀ, ਫਿਰ ਦੱਸੋ ਕੀ ਹੋਊਗਾ? ਉਹ ਤਾਂ ਇਹੀ ਤਾਂ ਦੇਖ ਰਿਹਾ ਵੀ ਤੂੰ ਤਾਕਤ ਲੈਣ ਵਾਲਾ ਹੈਗਾ ਆ, ਤਾਕਤ ਲੈਂਗਾ ਤੂੰ ਦਿਲੋਂ ਮੇਰੇ ਵੱਲ ਨੂੰ ਹੈਗਾ ਆ। ਉਹਨੇ ਆਪਾਂ ਨੂੰ ਤਾਕਤ ਦੇ ਦੇਣੀ ਆ ਪਿਆਰਿਓ, ਦੇ ਦੇਣੀ ਆ। ਮੰਨੋ ਤਾਂ ਸਹੀ, ਥੋੜ੍ਹੀ ਦੇਰ ਦੇ ਦੇਣੀ ਉਹਨੇ, ਮਾਲਕ ਨੇ। ਆਪਣਾ ਘਰ ਮੂਸਤ ਰਾਖ ਨਾ ਸਾਕੈ, ਕੀ ਪਰ ਕਰ ਜੋਹਨ ਲਾਗਾ। ਘਰ ਦਰ ਰਾਖੈ ਜੇ ਰਸ ਚਾਖੈ, ਜੋ ਗੁਰਮੁਖੇ ਸੇਵਕ ਲਾਗਾ। ਗੁਰੂ ਦੇ ਰਾਹੀਂ ਜਿਹੜਾ ਸੇਵਕ ਜਿਹੜਾ ਹੈਗਾ ਉਹਨੂੰ ਹੀ ਸੇਵਕ ਕਹਿੰਦੀ ਹੈ ਬਾਣੀ। ਸੇਵਕ ਦੇ ਕੱਕੇ ਨੂੰ ਔਂਕੜ ਲੱਗੀ ਹੋਈ ਹੈ, ਹੋਰ ਕੋਈ ਸੇਵਕ ਨਹੀਂ ਹੈ ਭਾਈ। ਕਹਿੰਦੇ ਜਿਹੜਾ ਇਸ ਕਾਰਵਾਈ ਦੇ ਵਿੱਚ ਲੱਗ ਗਿਆ, ਜਿਹਦੀ ਸੁਰਤ ਆਤਮਾ ਵੱਲ ਨੂੰ ਹੋ ਗਈ, ਉਹ ਸੇਵਕ ਆ। ਮਨ ਰੇ ਸਮਝ ਕਵਨ ਮਤ ਲਾਗਾ। ਦੇਖ ਮੇਰੇ ਮਨ ਨੂੰ ਐਡਰੈਸ ਕਰ ਰਹੇ ਆ। ਆਪਾਂ ਵੀ ਆਪਣੇ ਮਨ ਨੂੰ ਕਹੀਏ ਵੀ ਮੇਰੇ ਮਨਾ ਨਾ ਬਈ ਹੁਣ ਨਾ ਫੋਲੀ ਕਿਸੇ ਦੇ ਆਉਗੁਣ, ਹੁਣ ਨਾ ਫੋਲੀ ਪਿਆਰਿਆ, ਨਾ ਫੋਲੀ ਹੁਣ ਕਿਸੇ ਦੇ ਆਉਗੁਣ, ਨਾ ਪਾਰ ਕਰ ਜੋ ਹੁਣ ਨਾ ਜਾਈ। ਮਨ ਰੇ ਸਮਝ ਕਵਨ ਮਤ ਲਾਗਾ। ਕਿਹੜੀ ਮਤ ਤੂੰ ਲੱਗਿਆ ਹੋਇਆ? ਇਹ ਤਾਂ ਤੇਰਾ ਲਾਸ ਤਾਂ ਤੇਰਾ, ਅਗਲੇ ਦਾ ਕੀ ਲਾਸ ਹੈ? ਅਗਲੇ ਨੂੰ ਕੀ ਪਤਾ? ਉਹ ਤਾਂ ਇੰਟਰਸਟਿਡ ਹੀ ਨਹੀਂ ਹੈ, ਉਹ ਤਾਂ ਮਾਇਆ ਦੀ ਖੇਡ ਰਿਹਾ। ਤੇਰਾ ਚਾਂਸ ਚਲਾ ਗਿਆ, ਤੈਨੂੰ ਪਤਾ ਵੀ ਲੱਗਿਆ। ਤੇਰੇ ਅੰਦਰ ਜਿਹੜਾ ਤੂੰ ਰੱਬ ਵਾਲੇ ਪਾਸੇ ਜਾਣਾ ਚਾਹੁੰਦਾ ਸੀਗਾ। ਇੱਕ ਨਾ ਸੁਖਵਿੰਦਰ ਜੀ, ਇਹ ਦੇਖੋ ਕੌਣ ਸੁਖਵਿੰਦਰ ਹੈਗਾ। ਉਹਨਾਂ ਦਾ ਇਹ ਜਿਹੜਾ ਪੰਜੇ ਦਾ ਜਿਹੜਾ ਹੈਗਾ ਹੱਥ ਆ ਰਿਹਾ ਹੈ, ਉਹ ਪ੍ਰੈਸ ਕਰ ਦਿਓ ਥੱਲੇ ਜਿਹੜਾ ਹੈਗਾ ਮਾਈਕ ਦੇ ਨਾਲ। ਸੁਖਵਿੰਦਰ ਨਹੀਂ, ਰਾਮ ਪ੍ਰਕਾਸ਼ ਜੀ ਤੁਸੀਂ ਨਾ ਕਰੋ। ਸੁਖਵਿੰਦਰ, ਦੂਸਰੇ ਸੁਖਵਿੰਦਰ ਜੀ, 2 ਆ ਗਏ ਹੁਣ, 2 ਸੁਖਵਿੰਦਰ ਹੈਗੇ ਹੁਣ, ਦੋਨਾਂ ਦੇ ਆ ਗਏ ਹੱਥ। ਚਲੋ ਇਹ ਬੰਦ। ਹਾਂ ਹੁਣ ਇੱਕ ਚਲਾ, ਜੁਗਰਾਜ ਸਿੰਘ ਜੀ ਉਹਨਾਂ ਦਾ ਤਾਂ ਚਲਾ ਗਿਆ ਸੁਖਵਿੰਦਰ, ਇੱਕ ਰਹਿ ਗਿਆ, ਉਹ ਵੀ ਕਰ ਲਓ ਆਪਣਾ। ਨਹੀਂ ਹੁੰਦਾ ਤੇ ਨਾ ਸਹੀ। ਚਲੋ ਹਾਂ, ਮਨ ਰੇ ਸਮਝ ਕਵਨ ਮਤ ਲਾਗਾ। ਕਹਿੰਦੇ ਹੇ ਮੇਰੇ ਮਨਾ ਸਮਝ ਲਾ, ਹਾਲੇ ਵੀ ਵੇਲਾ ਹੈਗਾ, ਹਾਲੇ ਵੀ ਸਮਝ ਲਾ ਪਿਆਰਿਆ, ਹਾਲੇ ਵੀ ਸਮਝ ਲਾ। ਇੱਕ ਵੀ ਸਵਾਸ ਨਾ ਲਗਾਈਏ ਆਪਾਂ ਅਗਲੇ ਦੇ ਅਵਗੁਣ ਦੇਖਣ ਵਾਸਤੇ, ਇੱਕ ਵੀ ਸਵਾਸ ਨਾ ਦਈਏ। ਕਾਹਦੇ ਵਾਸਤੇ? ਆਪਣਾ ਧਨ ਹੈਗਾ, ਆਪਣਾ ਧਨ ਕੀਮਤੀ ਹੈਗਾ, ਕਿਉਂ ਦਈਏ ਭਾਈ? ਉਹ ਤਾਂ ਯਾਤਰਾ ਵਾਸਤੇ ਲਾਉਣਾ ਹੈ ਸਵਾਸ, ਉਹ ਸਵਾਸ ਤਾਂ ਆਪਾਂ ਨੇ ਯਾਤਰਾ 'ਤੇ ਲਾਉਣਾ ਹੈ। ਉਹ ਕਿਉਂ ਲਗਾਈਏ ਭਾਈ? ਕਾਹਦੇ ਵਾਸਤੇ ਲਗਾਈਏ?
मन रे समझ कवन मत लागा, नाम विसार अन रस लोभाने, फिर पछताएं अभागा रहाओ। और दूसरी चीज़, नाम वाली चीज़ ਨੂੰ, ਇਸ ਅੰਮ੍ਰਿਤ ਨੂੰ ਛੱਡ ਕੇ ਤੂੰ ਜਿਹੜਾ ਹੈਗਾ ਦੂਜੇ ਰਸਾਂ ਦੇ ਵਿੱਚ ਦੂਜੇ ਰਸਾਂ ਦਾ ਲੋਭ ਕਰ ਰਿਹਾ, ਦੂਜੇ ਪਦਾਰਥਾਂ ਦਾ, ਚੋਗੇ ਦਾ, ਜੋ ਮਾਲਕ ਪਰਮਾਤਮਾ ਨੇ ਰਸ ਪਾਏ ਹੋਏ। ਪਿਆਰਿਆ, ਉਹ ਰਸ ਨਹੀਂ ਹੈਗੇ। ਜਦ ਇਹ ਰਸ ਦੀ ਇੱਕ ਬੂੰਦ ਵੀ ਆ ਗਈ, ਤੈਨੂੰ ਪਤਾ ਲੱਗੂਗਾ ਰਸ ਕਹਿੰਦੇ ਕਿਹਨੂੰ ਆ। ਨਾਮ ਵਿਸਾਰ ਅਨ ਰਸ ਲੋਭਾਨੇ, फिर पछताएं अपागा, फिर पछताएंगा तू, अपागा रह जाएगा, फिर तो अपागा रह जाएगा, तेरा चांस चले जाएगा। आवन को हरख जात को रोवें, यह दुख सुख नाले लागा। कहते कोई माया आ जाती आ तो बड़ा जिहड़ा हैगा ਉਹਦੇ ਨਾਲ हरख करदा है, तू बड़ा खुश हुंदा है उस माया दे नाल, बड़ा खुश हुंदा है माया दे नाल। ਆਵਨ ਕੋ ਹਰਖ, ਇਹ ਨਾ ਸੁਖਵਿੰਦਰ ਕੌਰ ਜੀ, ਤੁਹਾਡਾ ਜਿਹੜਾ ਹੈਗਾ ਪੰਜਾ ਹੈਗਾ ਸੁਖਵਿੰਦਰ ਕੌਰ, ਤੁਸੀਂ ਆਪਣਾ ਜਿਹੜਾ ਹੈਗਾ ਮਾਈਕ ਦੇ ਨਾਲ ਵਾਲਾ ਬਟਨ ਦਬਾ ਦਿਓ ਅਤੇ ਉਹ ਪੰਜਾ ਚਲੇ ਜਾਏਗਾ। ਸੁਖਵਿੰਦਰ ਕੌਰ, ਪਤਾ ਨਹੀਂ ਸ਼ਾਇਦ ਸੁਣ ਨਹੀਂ ਪਾ ਰਹੇ। ਸੁਖਵਿੰਦਰ ਸੰਧੂ ਜੀ, ਤੁਹਾਡਾ ਠੀਕ ਹੈ ਜੀ, ਤੁਸੀਂ ਨਾ ਕਰੋ। ਇਹ ਸੁਖਵਿੰਦਰ ਕੌਰ ਹੈਗੇ, ਤੁਸੀਂ ਆਪਣਾ, ਹਾਂ ਸੁਖਵਿੰਦਰ ਕੌਰ ਹੋਰ ਹੈਗੇ। ਚਲੋ, ਨਹੀਂ ਸ਼ਾਇਦ ਉਹਨਾਂ ਤੋਂ ਨਹੀਂ ਹੋ ਰਿਹਾ ਹੋਣਾ। ਮਨ ਰੇ ਸਮਝ ਕਵਨ ਮਤ ਲਾਗਾ, ਨਾਮ ਵਿਸਾਰ ਅਨ ਰਸ ਲੋਭਾਨੇ, ਫਿਰ ਪਛਤਾएं ਅਭਾਗਾ ਰਹਾਓ। आवत को हरख जात को रोवें, ਇਹ ਦੁੱਖ ਸੁੱਖ ਨਾਲੇ ਲਾਗਾ। ਕਹਿੰਦੇ ਤੂੰ ਜਿਹੜਾ ਹੈਗਾ ਕੋਈ ਧਨ ਮਿਲਦਾ ਹੈ, ਕੋਈ ਬੜਾ ਖੁਸ਼ ਹੋ ਜਾਂਦਾ, ਕੋਈ ਚੀਜ਼ ਪ੍ਰਾਪਤ ਹੁੰਦੀ ਹੈ ਬੜਾ ਖੁਸ਼ ਹੋ ਜਾਂਦਾ, ਜਾਂਦੀ ਹੈ ਤੇ ਦੁਖੀ ਹੋ ਜਾਂਦਾ। ਬਸ ਆਹ ਤੇਰਾ ਜਿਹੜਾ ਹੈਗਾ ਇਹਦੇ ਵਿੱਚ ਹੀ ਤੂੰ ਲੱਗਿਆ ਹੋਇਆ। ਇਹ ਤਾਂ ਭਾਣਾ ਹੈ ਮਾਲਕ ਪਰਮਾਤਮਾ ਦਾ, ਜੋ ਤੇਰੇ ਅੰਦਰ, ਜੋ ਤੇਰੇ ਜਿਹੜੇ ਹੈਗੇ ਕਰਮ ਸੀਗੇ, ਕਿਰਤ ਸੀਗੀ ਜਿਹੜੀ, ਉਹ ਤੈਨੂੰ ਮਿਲ ਰਹੀ ਹੈ। ਉਹ ਕਦੋਂ ਮਿਲਣੀ, ਉਹ ਤੈਨੂੰ ਮਿਲੀ ਜਾ ਰਹੀ ਹੈ। ਔਰ ਇਹਦੇ ਨਾਲ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਆਹ ਦੁੱਖ ਸੁੱਖ ਆਉਂਦੇ ਆ ਤੇਰੇ, ਅਤੇ ਇਹਦੇ ਨਾਲ ਜਿਹੜਾ ਹੈਗਾ ਤੂੰ ਸਿਰਫ ਇਹਦੇ ਨਾਲ ਹੀ ਲੱਗਿਆ ਹੋਇਆ, ਇਹਦੇ ਨਾਲ ਹੀ ਵਿਚਲਿਤ ਹੋ ਜਾਣਾ। ਅੱਜ ਹੀ ਮੈਂ ਤਾਂ ਇੰਨਾ ਗੁੱਸਾ ਆ ਗਿਆ, ਬਸ ਨਹੀਂ ਤੁਨਕ ਕੇ ਚਲਾ ਗਿਆ ਬੰਦਾ, ਨਹੀਂ ਰੱਬ ਵਾਲੇ ਪਾਸੇ ਜਾਣਾ। ਆਹ ਦੁੱਖ ਆ ਗਿਆ, ਸੁੱਖ ਆ ਗਿਆ, ਬਸ ਵਿਚਲਿਤ। ਸੁੱਖ ਆ ਗਿਆ ਤਾਂ ਵੀ ਹਾ ਹੂ ਕਰਨ ਵਾਸਤੇ ਰਾਤ ਦੇ 12 ਵੱਜ ਗਏ ਔਰ ਸਵੇਰੇ ਧਿਆਨ ਸਿਮਰਨ ਫਿਰ ਡਰੋਪ ਕਰਤਾ। ਕਹਿੰਦੇ ਆ ਦੁੱਖ ਸੁੱਖ ਦੇ ਨਾਲ ਹੀ ਤੂੰ ਜਿਹੜਾ ਹੈਗਾ, ਇਹਦੇ ਨਾਲ ਜਿਹੜਾ ਇੰਨਾ ਜਿਹੜਾ ਹੈਗਾ ਆਪਣੀ ਜਰਨੀ ਜਿਹੜੀ ਹੈ ਇੰਨਾ ਕੁ ਸੀਰੀਅਸ ਹੈਗਾ ਤੂੰ। ਆਵਤ ਕੋ ਹਰ ਜਾਤ ਕੋ ਰੋਵੇਂ, ਇਹ ਦੁੱਖ ਸੁੱਖ ਨਾਲੇ ਲਾਗਾ ਮਤਲਬ ਇਹਦੇ ਨਾਲ ਹੀ ਲੱਗਿਆ ਹੋਇਆ ਤੂੰ। ਬਸ ਇੰਨਾ ਕੀ ਹੈਗਾ ਤੇਰਾ, ਇੰਨੀ ਕੀ ਹੈਗੀ ਤੇਰਾ ਇੰਟਰਸਟ, ਇੰਨਾ ਕੀ ਹੈਗਾ ਤੇਰੀ ਸ਼ਰਧਾ। ਆਪੇ ਦੁੱਖ ਸੁੱਖ ਭੋਗ ਭੋਗਾਵੈ ਗੁਰਮੁਖੇ ਸੋ ਅਨੁਰਾਗਾ। ਦੇਖ ਉਹ ਮਾਲਕ ਪਰਮਾਤਮਾ ਦੁੱਖ ਸੁੱਖ ਤਾਂ ਮਾਲਕ ਦੀ ਖੇਡ ਹੈਗੀ। ਮਾਲਕ ਨੇ ਜਿਹੜਾ ਹੈਗਾ ਹਰੇਕ ਨੂੰ ਜਿਹੜਾ ਹੈਗਾ ਹਰੇਕ ਦੇ ਸੰਸਕਾਰ, ਹਰੇਕ ਦੇ ਜਿਹੜੇ ਹੈਗੇ ਕਿਰਤ ਜਿਹੜੀ ਕੀਤੀ ਹੋਈ ਆ ਸੰਸਕਾਰਾਂ ਦੇ ਅਧੀਨ, ਉਹਦਾ ਜਿਹੜਾ ਫਲ ਮਾਲਕ ਨੇ ਦੇਣਾ ਹੈ ਹਰੇਕ ਨੂੰ, ਦੁੱਖ ਅਤੇ ਸੁੱਖ ਦੇ ਰੂਪ ਦੇ ਵਿੱਚ। ਅਤੇ ਨਾਲੇ ਦੁਨੀਆ ਦੇ ਪਦਾਰਥ ਜਿਹੜੇ ਭੋਗਣ ਨੂੰ ਮਿਲ ਰਹੇ ਆ, ਇਹ ਭੋਗ ਵੀ ਜਿਹੜੇ ਹੈਗੇ ਇਹ ਵੀ ਮਾਲਕ ਦੀ ਗੇਮ ਹੈਗੀ। ਇਹ ਭੋਗ ਮਾਲਕ ਨੇ ਚੋਗਾ ਪਾਇਆ ਹੋਇਆ, ਇਹ ਵੀ ਨਾਲ ਚੱਲਣੇ ਤੇਰੇ, ਇਹਨਾਂ ਤੋਂ ਵੀ ਆਪਾਂ ਨੇ ਸੰਕੋਚਣਾ ਹੈ। ਆਹੀ ਤਾਂ ਖੇਡ ਹੈਗੀ ਆ, ਇਹੀ ਤਾਂ ਖੇਡ ਹੈਗੀ ਪਿਆਰਿਆ। ਇਹਦੇ ਨਾਲ ਹੀ ਤਾਂ ਆਪਾਂ ਨੇ ਜਿਹੜਾ ਮੈਚ ਹੈਗਾ ਦੁੱਖ ਸੁੱਖ ਦੇ ਨਾਲ ਅਤੇ ਭੋਗਾਂ ਦੇ ਨਾਲ ਤਾਂ ਮੈਚ ਹੈਗਾ, ਹੋਰ ਮੈਚ ਕਾਹਦਾ ਹੈਗਾ। ਠੀਕ ਹੈ ਜੀ। ਬਹੁਤ ਦੇਖੋ ਕਿੰਨੀ ਜਿਹੜੀ ਹੈਗੀ ਖੇਡ ਜਿਹੜੀ ਹੈ ਸਿੰਪਲੀਫਾਈ ਹੋ ਰਹੀ ਹੈ। ਆਪੇ ਦੁੱਖ ਸੁੱਖ ਭੋਗ ਭੋਗਾਵੈ ਗੁਰਮੁਖੇ ਸੋ ਅਨੁਰਾਗਾ। ਬਸ ਗੁਰੂ ਦੇ ਰਾਹੀਂ ਲੱਗਿਆ ਰਹੀ, ਗੁਰੂ ਤੋਂ ਗਿਆਨ ਲੈਂਦਾ ਰਹੀ, ਬਸ ਆਪਣੇ ਆਪ ਜਿਹੜਾ ਹੈਗਾ ਇਸ 'ਚੋਂ ਜਿਹੜਾ ਹੈਗਾ ਅਨੁਰਾਗ ਹੋ ਜਾਏਗਾ ਤੈਨੂੰ। ਆਪਣੇ ਆਪ ਜਿਹੜਾ ਹੈਗਾ ਇਹ ਇਹਨਾਂ ਤੋਂ ਉੱਠ ਜਾਏਗਾ ਉੱਪਰ, ਦੁੱਖ ਸੁੱਖ ਤੋਂ ਅਤੇ ਭੋਗਾਂ ਤੋਂ ਆਪਣੇ ਆਪ।
ਕਾਰਵਾਈ ਗੁਰੂ ਦੇ ਅਨੁਸਾਰ ਚੱਲਦਾ ਨਹੀਂ ਬਸ। ਹਰ ਰਸ ਉੱਪਰ ਅਵਰ ਕਿਆ ਕਹੀਏ, ਕਹਿੰਦੇ ਇਸ ਅੰਮ੍ਰਿਤ ਰਸ ਤੋਂ ਉੱਤੇ ਮੈਂ ਹੋਰ ਕਿਹੜੀ ਚੀਜ਼ ਦੱਸਾਂ ਵੀ ਹੋਰ ਕਿਹੜਾ ਸਵਾਦ ਹੈਗਾ ਇਸ ਤੋਂ ਉੱਪਰ। ਮੈਂ ਕੀ ਦੱਸਾਂ ਤੈਨੂੰ, ਇਸ ਤੋਂ ਉੱਪਰ ਕੋਈ ਸਵਾਦ ਨਹੀਂ ਹੈਗਾ ਇਸ ਤੋਂ ਉੱਪਰ। ਇਹ ਸਵਾਦ ਸਾਰੇ ਬਣਾਏ ਮਾਲਕ ਨੇ ਆ, ਅਤੇ ਆਪਾਂ ਵੀ ਤਾਂ ਮਾਲਕ ਹੀ ਹੈਗੇ ਆ, ਉਹਦਾ ਹੀ ਅੰਸ਼ ਹੈਗੇ ਆ, ਅਤੇ ਆਪਣੇ ਤੋਂ ਉਹ ਛੁਪਾ ਕੇ ਰੱਖੂਗਾ ਕੋਈ? ਆਪਣੇ ਖੁਦ ਤੋਂ ਛੁਪਾਊਗਾ ਮਾਲਕ ਪਰਮਾਤਮਾ। ਹਰ ਰਸ ਉੱਪਰ ਅਵਰ ਕਿਆ ਕਹੀਏ, ਜਿਹਨੇ ਪੀਆ ਸੋ ਤ੍ਰਿਪਤਾਗਾ। ਜਿਨ੍ਹਾਂ ਨੇ ਪੀਤਾ ਹੈ ਭਾਈ ਤ੍ਰਿਪਤਾ ਉਹੀ ਹੁੰਦੇ। ਆਪਾਂ ਤਾਂ ਗੱਲਾਂ ਹੀ ਕਰ ਰਹੇ ਹਾਂ ਹਾਲੇ। ਹਰ ਰਸ ਉੱਪਰ ਅਵਰ ਕਿਆ ਕਹੀਏ, ਜਿਹਨੇ ਪੀਆ ਸੋ ਤ੍ਰਿਪਤਾਗਾ। ਮਾਇਆ ਮੋਹਿਤ ਜਿਹਨੇ ਇਹ ਰਸ ਖੋਇਆ। ਆਹ ਦੇਖ ਲਓ, ਲੱਗ ਗਿਆ ਸਵਾਦਾਂ ਦੇ ਵਿੱਚ, ਮਾਇਆ ਦੇ ਵਿੱਚ ਮੋਹਿਆ ਗਿਆ, ਲੱਗ ਗਿਆ ਜਿਹੜਾ ਹੈਗਾ ਦੂਸਰੇ ਦੇ ਅਵਗੁਣ ਫੋਲਣ, ਲੱਗ ਗਿਆ ਜਿਹੜਾ ਹੈਗਾ ਬਸ ਸਿੰਘ ਫਸਾਉਣ, ਬਸ ਖੋ ਦੇਗਾ ਰਸ। ਮਾਇਆ ਮੋਹਿਤ ਜਿਹਨੇ ਇਹ ਰਸ ਖੋਇਆ, ਜਾਂ ਸਾਕਤ ਦੁਰਮਤ ਲੱਗ ਗਿਆ ਦੁਪਹਿੜੀ ਮੱਚ, ਸਾਕਤ ਹੋ ਗਿਆ ਉਹ। ਜਾਂ ਸਾਕਤ ਦੁਰਮਤ ਲੱਗਾ। ਤੂੰ ਸਾਕਤ ਕਿਉਂ ਬਣਦਾ ਹੈ ਪਿਆਰਿਆ? ਕਾਹਦੇ ਵਾਸਤੇ ਬਣਦਾ ਹੈ? ਤੂੰ ਸਿੱਖ ਰਹਿ ਗੁਰੂ ਦਾ, ਗੁਰਮੁਖ ਸਿਸਟਮ ਦੇ ਵਿੱਚ ਆ। ਤੇਰੀ ਯਾਤਰਾ ਤਾਂ ਇਸ ਪਾਸੇ ਆ। ਮਾਇਆ ਮੋਹਿਤ ਜਿਹਨੇ ਇਹ ਰਸ ਖੋਇਆ, ਖੋ ਦਿੱਤਾ। ਕਿਉਂ? ਕਿਸ ਤਰ੍ਹਾਂ ਖੋ ਦਿੱਤਾ? ਜਾਂ ਸਾਕਤ ਦੁਰਮਤ ਲੱਗਾ। ਤੂੰ ਤਾਂ ਸਾਕਤ ਹੋ ਗਿਆ, ਦੁਰਮਤ ਦੇ ਵਿੱਚ ਲੱਗ ਗਿਆ ਅਤੇ ਖੋ ਦਿੱਤਾ। ਭਾਵੇਂ ਤੂੰ ਜੇ ਜਿਹਾ ਮਰਜ਼ੀ ਡਰੈਸ ਕੋਡ ਪਾਇਆ, ਜੇ ਜਿਹਾ ਮਰਜ਼ੀ ਤੂੰ ਆਪਣੇ ਆਪ ਨੂੰ ਗੁਰਮੁਖ ਸਮਝਦਾ ਰਹਿ, ਤੂੰ ਤਾਂ ਗੁਰਮੁਖ ਰਿਹਾ ਹੀ ਨਹੀਂ। ਮਾਇਆ ਮੋਹਿਤ ਜਿਹਨੇ ਇਹ ਰਸ ਖੋਇਆ, ਜਾਂ ਸਾਕਤ ਦੁਰਮਤ ਲੱਗਾ। ਜਾਂ ਲਿਖਿਆ ਹੋਇਆ ਬਈ ਤੂੰ ਜਿਹੜਾ ਹੈਗਾ ਗੁਰਮੁਖ ਹੁੰਦੇ ਹੋਏ, ਗੁਰਮੁਖ ਅਖਲਾਉਂਦੇ ਹੋਏ, ਕਹਾਉਂਦੇ ਹੋਏ ਜਿਹੜਾ ਹੈਗਾ ਤੂੰ ਪੈੜੀ ਮੱਚ ਲੱਗ ਗਿਆ, ਸਾਕਤ ਹੋ ਗਿਆ, ਟੁੱਟ ਗਿਆ ਰੱਬ। ਸਾਕਤ ਕੌਣ ਹੁੰਦਾ? ਜਿਹੜਾ ਰੱਬ ਤੋਂ ਟੁੱਟ ਜਾਏ। ਚੌਥਾ ਬੰਦ, ਮਨ ਕਾ ਜਿਉ ਪਵਨ ਪਤ ਦੇਹੀ। ਮਨ ਕਾ ਜਿਉ ਪਵਨ ਪਤ ਦੇਹੀ। ਅੱਛਾ, ਮਨ ਕੀ ਹੈਗਾ? ਮਨ ਕਿੱਥੋਂ? ਮਨ ਦੀ ਜਾਨ ਕੀ ਹੈਗੀ? ਜੀਓ ਦਾ ਸਿੰਪਲ ਆਪਾਂ ਦੇਸੀ ਭਾਸ਼ਾ 'ਚ ਬੋਲੀਏ, ਮਨ ਦੀ ਜਾਨ ਕੀ ਹੈਗੀ ਆ? ਮਨ ਦੀ ਜਾਨ ਹੈਗੀ ਆਤਮਾ। ਆਤਮਾ ਹੈਗੀ ਤੇ ਮਨ ਪੈਦਾ ਹੋਇਆ ਹੈ। ਆਤਮਾ ਦੇ ਉੱਤੇ ਤਾਂ ਮਨ ਚੜ੍ਹਿਆ ਹੋਇਆ ਹੈ। ਆਤਮਾ ਉੱਤੇ ਮਨ ਦੀ ਜਾਨ ਕੀ ਹੈਗੀ? ਆਤਮਾ। ਮਨ ਕਾ ਜਿਉ ਪਵਨ ਪਤ। ਪਵਨ ਪਤ ਆਤਮਾ ਨੂੰ ਕਹਿੰਦੇ ਆ। ਇਹ ਪਵਨ ਦਾ ਪਤੀ, ਪ੍ਰਾਣਾਂ ਦਾ ਪਤੀ। ਪ੍ਰਾਣਾਂ ਦਾ ਪਤੀ ਕੌਣ ਹੈ? ਆਤਮਾ। ਮਨ ਕਾ ਜਿਉ ਪਵਨ ਪਤ ਦੇਹੀ। ਔਰ ਆਹ ਸਰੀਰ ਹੈਗਾ ਆਪਣੇ ਕੋਲ, ਇਹਦੇ ਵਿੱਚ ਹੀ ਹੈ, ਇਹਦੇ ਵਿੱਚ ਹੀ ਪਵਨ ਪਤ ਹੈਗਾ, ਅਤੇ ਇਹਦੇ ਵਿੱਚ ਹੀ ਜਿਹੜਾ ਹੈਗਾ ਆਹ ਸਰੀਰ ਦੇ ਵਿੱਚ ਹੈਗਾ। ਮਨ ਕਾ ਜਿਉ ਪਵਨ ਪਤ ਦੇਹੀ। ਮਨ ਕਿੱਥੋਂ ਪੈਦਾ ਹੋਇਆ? ਆਤਮਾ ਅਤੇ ਸਰੀਰ ਦੇ ਨਾਲ ਮਨ ਪੈਦਾ ਹੋ ਗਿਆ। ਆਤਮਾ ਅਤੇ ਸਰੀਰ ਦੇ ਨਾਲ ਮਨ ਪੈਦਾ ਹੋ ਗਿਆ। ਸਰੀਰ ਮਿਲ ਗਿਆ ਪੰਜਾਂ ਤੱਤਾਂ ਦੀ ਰਚਨਾ ਮਾਇਆ, ਇਹ ਜਿਹੜਾ ਹੈਗਾ ਇਹਦੇ ਨਾਲ ਆਤਮਾ, ਦੋਨਾਂ ਨੂੰ ਹੀ ਤਾਂ ਭੇਜਿਆ, ਤੀਸਰਾ ਤਾਂ ਕੋਈ ਹੈ ਹੀ ਨਹੀਂ। ਤੀਸਰਾ ਤਾਂ ਇਹ ਮਨ ਜਿਹੜਾ ਹੈਗਾ ਆਟੋਮੈਟੀਕਲੀ ਖਾਮਖਾਈ ਆ ਗਿਆ ਵਿੱਚ। ਇਹ ਮਨ ਕਿੱਥੋਂ ਪੈਦਾ ਹੋ ਗਿਆ? ਮਨ ਕਾ ਜਿਉ। ਮਨ ਦੀ ਜਾਨ ਕਿੱਥੇ ਹੈਗੀ? ਮਨ ਦੀ ਜਾਨ ਆਤਮਾ ਹੈ ਅਤੇ ਸਰੀਰ ਹੈਗਾ। ਪਰ ਪਿਆਰਿਆ, ਦੇਹੀ ਮੈਂ ਦਿਓ ਸਮਾਗਾ। ਇਹਦੇ ਵਿੱਚ ਹੀ ਜਿਹੜਾ ਹੈਗਾ ਇਹ ਆਤਮਾ ਜਿਹੜੀ ਹੈਗੀ, ਇਹਦੇ ਵਿੱਚ ਹੀ ਪਰਮਾਤਮਾ ਵੀ ਹੈਗੀ। ਇਹ ਪਰਮਾਤਮਾ ਦਾ ਅੰਸ਼ ਹੈਗੀ। ਇਹਦੇ ਵਿੱਚ ਹੀ, ਦੇਹੀ ਦੇ ਵਿੱਚ ਹੀ, ਇਹਨਾਂ ਦੇ ਵਿੱਚ ਹੀ ਜਿਹੜੀ ਹੈਗੀ ਪਰਮਾਤਮਾ ਵੀ ਹੈਗੀ ਵਿੱਚ। ਮਨ ਕਾ ਜਿਉ ਪਵਨ ਪਤ ਦੇਹੀ। ਦੇਹੀ ਮੈਂ ਦਿਓ ਸਮਾਗਾ। ਜੇ ਤੂੰ ਦੇ ਤਾਂ ਹਰ ਰਸ ਗਾਈ। ਮਾਲਕਾ, ਹੁਣ ਤੇਰੀ ਵੀ ਤਾਂ ਜਿਹੜੀ ਹੈਗੀ ਆ, ਤੇਰੀ ਵੀ ਤਾਂ ਮਿਹਰ ਚਾਹੀਦੀ ਆ। ਹੁਣ ਤੇਰੇ ਵੱਲੋਂ ਵੀ ਤਾਂ ਪੁਸ਼ ਚਾਹੀਦਾ ਹੈ, ਮੈਨੂੰ ਤੇਰੇ ਵੱਲੋਂ ਵੀ ਪੁਸ਼ ਚਾਹੀਦਾ ਹੈ। ਆਹ ਦੇਖੋ, ਆਹ ਪੁਸ਼ ਤਾਂ ਮਿਲ ਰਿਹਾ ਆਪਾਂ ਨੂੰ। ਆਹ ਗੂੜ ਗਿਆਨ ਜਿਹੜਾ ਹੈ ਕੌਣ ਦੇ ਰਿਹਾ? ਪਹਿਲੀ ਪਾਤਸ਼ਾਹੀ ਦੇ ਰਹੀ ਹੈ ਗਿਆਨ ਆਪਾਂ ਨੂੰ। ਆਹ ਪੁਸ਼ ਹੀ ਤਾਂ ਹੈਗਾ ਪਰਮਾਤਮਾ ਦਾ। ਜੇ ਤੂੰ ਦੇ ਤਾਂ ਹਰ ਰਸ ਗਾਈ। ਜੇ ਤੇਰੇ ਵੱਲੋਂ
ਤੂੰ ਦੇਂਗਾ ਮਾਲਕਾ ਤਾਂ ਮੈਂ ਭਗਤੀ ਕਰ ਸਕਦਾ ਹਾਂ, ਜੇ ਤੂੰ ਰਸ ਦੇਂਗਾ ਤੇ ਜੇ ਤੂੰ ਦੇ ਤਾਂ ਹਰ ਰਸ ਗਾਏ। ਇਸੇ ਵਾਸਤੇ ਤਾਂ ਮੈਂ ਭਗਤੀ ਕਰ ਰਿਹਾ। ਹੋਰ ਮੈਂ ਜਿਹੜਾ ਹੈਗਾ ਮੈਂ ਫੀਮ ਥੋੜ੍ਹੀ ਨਾ ਖਾਧੀ ਹੋਈ ਆ, ਇਸੇ ਵਾਸਤੇ ਤਾਂ ਭਗਤੀ ਕਰ ਰਿਹਾ ਭਾਈ, ਇਸੇ ਹਰ ਰਸ ਵਾਸਤੇ ਤਾਂ ਭਗਤੀ ਕਰ ਰਹੇ, ਇਸੇ ਅੰਮ੍ਰਿਤ ਵਾਸਤੇ ਤਾਂ ਭਗਤੀ ਕਰ ਰਹੇ। ਹੋਰ ਕਾਹਦੇ ਵਾਸਤੇ ਕਰ ਰਹੇ ਭਾਈ? ਜੇ ਤੂੰ ਦੇ ਤਾਂ ਹਰ ਰਸ ਗਾਏ, ਇਸੇ ਵਾਸਤੇ ਤਾਂ ਮੈਂ ਕਰ ਰਿਹਾ ਹਾਂ ਭਾਈ। ਦੇ ਹੁਣ ਮਨ ਤ੍ਰਿਪਤ ਹੈ, ਹਰ ਲਿਵ ਲਾਗਾ। ਮਨ ਤ੍ਰਿਪਤ ਹੋ ਜਾਏਗਾ, ਲਿਵ ਲੱਗ ਜਾਏਗੀ ਪਰਮਾਤਮਾ ਦੇ ਨਾਲ। ਜੇ ਲਿਵ ਲੱਗ ਗਈ ਤੇ ਤ੍ਰਿਪਤ ਹੋ ਜਾਏਗਾ ਤੇ ਹਰ ਰਸ ਵੀ ਆ ਜਾਏਗਾ। ਸਾਧ ਸੰਗਤ ਮੇਂ ਹਰ ਰਸ ਪਾਈਏ। ਹਾਂ ਲਓ, ਸਾਧ ਸੰਗਤ ਕਹਿੰਦੇ, ਸਾਧ ਸੰਗਤ ਦੇ ਵਿੱਚ, ਸਾਧ ਸੰਗਤ ਦੇ ਥਰੂ ਜਾਏਗਾ ਤੇ ਗੱਲ ਬਣ ਜਾਏਗੀ ਤੇਰੀ। ਸਾਧ ਸੰਗਤ ਕਿੱਥੇ ਹੁੰਦੀ ਜੀ? ਗੁਰੂ ਦੇ ਦੁਆਰਾ ਸਾਧ ਸੰਗਤ ਤੇ ਸਾਧ ਦੇ ਦੁਆਰਾ ਸਾਧ ਸੰਗਤ ਹੁੰਦੀ ਹੈ। ਗੁਰ ਮਿਲੇ ਜੰਮ ਪਾਓ ਭਾਗਾ। ਔਰ ਇਹਦੇ ਨਾਲ ਜਿਹੜਾ ਹੈ, ਗੁਰੂ ਨੂੰ ਮਿਲਣ ਦੇ ਨਾਲ ਤੇਰਾ ਜੰਮ ਦਾ ਡਰ ਵੀ ਭੱਜ ਜਾਏਗਾ। ਗੁਰੂ ਦੇ ਮਿਲਣ ਦੇ ਨਾਲ ਤੇਰਾ ਜੰਮ ਦਾ ਡਰ ਵੀ ਭੱਜ ਜਾਏਗਾ। ਨਾਨਕ ਰਾਮ ਨਾਮ ਜਪ ਗੁਰਮੁਖੇ, ਹਰ ਪਾਏ ਮਸਤਕ ਭਾਗਾ। ਰਾਮ ਨਾਮ ਜਪ ਗੁਰਮੁਖੇ, ਜਿਨ੍ਹਾਂ ਨੂੰ ਆਤਮਾ ਦੀ ਵੱਲ ਨੂੰ ਜਿਨ੍ਹਾਂ ਨੇ ਜਪਣਾ ਸ਼ੁਰੂ ਕਰਤਾ, ਆਤਮਾ ਨੂੰ ਯਾਦ ਕਰਨਾ ਸ਼ੁਰੂ ਕਰਤਾ ਜਿਨ੍ਹਾਂ ਨੇ ਗੁਰੂ ਦੇ ਰਾਹੀਂ, ਇਹਨੂੰ ਕਹਿੰਦੇ ਰਾਮ ਨਾਮ। ਬਿਲਕੁਲ ਇੱਕਦਮ ਜਿਹੜਾ ਬਿਲਕੁਲ ਬਹੁਤ ਹੀ ਜਿਹੜਾ ਹੈਗਾ ਨਾ, ਇੱਕਦਮ ਸਿੰਪਲੀਫਾਈ ਹੋ ਗਿਆ ਗੱਲਬਾਤ, ਸਾਰੀ ਸਿੰਪਲੀਫਾਈ ਹੋ ਗਈ ਹੈ। ਨਾਨਕ ਰਾਮ ਨਾਮ ਜਪ ਗੁਰਮੁਖੇ, ਗੁਰੂ ਦੇ ਰਾਹੀਂ, ਗੁਰੂ ਜੀ ਜਿਸ ਤਰ੍ਹਾਂ ਕਹਿ ਰਹੇ ਉਸ ਤਰ੍ਹਾਂ ਅੰਦਰ ਆਪਣੇ ਅੰਦਰ ਦੀ ਯਾਤਰਾ, ਵਿਚਾਰ ਬੰਦ ਕਰਨੇ। ਉਹਦੇ ਵਾਸਤੇ ਕੀ ਹੈ? ਰਾਮ ਨਾਮ ਨੂੰ ਜਪਣਾ। ਕੀ ਮਤਲਬ? ਆਤਮਾ ਨੂੰ ਯਾਦ ਰੱਖਣਾ ਵੀ ਮੈਂ ਆਤਮਾ ਹੈਗਾ, ਮੈਂ ਆਤਮਾ ਹੈਗਾ। ਆਤਮਾ ਵੱਲ ਨੂੰ ਸੁਰਤ ਮੋੜ ਦੇਣੀ, ਆਹੀ ਰਾਮ ਨਾਮ ਜਪਣਾ ਹੈ। ਆਹੀ ਰਾਮ ਨਾਮ ਜਪਣਾ। ਆਤਮਾ ਸੁਰਤ ਆਤਮਾ ਵੱਲ ਨੂੰ ਮੋੜ ਦਿੱਤੀ, ਇਹੀ ਰਾਮ ਨਾਮ ਜਪਣਾ। ਨਾਨਕ ਰਾਮ ਨਾਮ ਜਪ ਗੁਰਮੁਖੇ, ਹਰ ਪਾਏ ਮਸਤਕ ਭਾਗਾ। ਇਹ ਭਾਗ ਬਣ ਜਾਂਦੇ ਆ, ਉਹ ਮਾਲਕ ਪਰਮਾਤਮਾ ਆਤਮਾ ਤੱਕ ਦੀ ਯਾਤਰਾ ਹੋ ਜਾਂਦੀ। ਇਹ ਜੀ 10 ਹੋ ਗਏ, 11 ਹੈਗੇ ਆ। ਆਖਰੀ ਜਿਹੜਾ ਲੜੀ ਦਾ ਮੋਤੀ ਆ ਰਿਹਾ, ਸੋਠ ਮਹਲਾ ਪਹਿਲਾ। ਸਰਬ ਜੀਆਂ ਸਿਰ ਲੇਖ ਤੁਰਾਹੂੰ, ਬਿਨ ਲੇਖੇ ਨਹੀਂ ਕੋਈ ਜਿਉ। ਦੇਖ ਲਾ, ਤੂੰ ਕੋਈ ਅਨੋਖਾ ਨਹੀਂ ਹੈਗਾ ਵੀ ਤੈਨੂੰ ਦੁੱਖ ਸੁੱਖ ਆ ਰਹੇ ਆ। ਤੈਨੂੰ ਜਿਹੜਾ ਹੈਗਾ ਇਹ ਸਾਰੀ ਗੇਮ ਤੈਨੂੰ ਪਾਈ ਹੋਈ ਹੈ। ਸਾਰੇ ਜਿੰਨੇ ਵੀ ਜੀਵ ਹੈਗੇ ਸਾਰੇ ਲੇਖ ਦੇ ਵਿੱਚ ਹੈਗੇ। ਸਾਰਿਆਂ ਦੇ ਵਿੱਚ ਸਾਰਿਆਂ ਦੇ ਜਿਹੜੇ ਹੈਗੇ ਸੰਸਕਾਰਾਂ ਦੇ ਅਧੀਨ ਹੈਗੇ। ਸਾਰੇ ਜਿਹੜੇ ਹੈਗੇ ਆ, ਜੋ ਉਹਨਾਂ ਨੇ ਬੀਜਿਆ ਆ, ਉਹਦੀ ਖੱਟੀ ਉਹਦੀ ਗੇਮ ਦੇ ਵਿੱਚ ਚੱਲ ਰਹੇ। ਸਾਰਿਆਂ ਦੇ ਸਿਰ 'ਤੇ ਲੇਖ ਹੈਗਾ। ਇਹ ਕਰਮਾਂ ਦਾ ਲੇਖ ਇਹ ਸਾਰਿਆਂ ਦੇ ਸਿਰ ਦੇ ਉੱਤੇ ਹੈਗਾ। ਔਰ ਸਾਰਿਆਂ ਦਾ ਜਿਹੜਾ ਹੈਗਾ ਹਿਸਾਬ ਕਿਤਾਬ ਕੋਰਟ ਦੇ ਵਿੱਚ ਹੁੰਦਾ ਹੈ। ਔਰ ਉਹਦੇ ਅਨੁਸਾਰ ਜਿਹੜੇ ਹੈਗੇ ਸਾਰੇ ਜੀਵਨਾਂ ਦੇ ਵਿੱਚ ਗਤੀ ਕਰੀ ਜਾ ਰਹੇ। ਇਹ ਸਿਸਟਮ ਚੱਲ ਰਿਹਾ ਇਸ ਤਰੀਕੇ ਦੇ ਨਾਲ। ਕੋਈ ਕਿਸੇ ਜੂਨ ਜਾ ਰਿਹਾ, ਕੋਈ ਕਿਸੇ ਜੂਨ 'ਚੋਂ ਆ ਰਿਹਾ, ਕੋਈ ਕੁਛ ਜਾ ਰਿਹਾ, ਕੋਈ ਮਨੁੱਖੀ ਜੂਨ 'ਚ ਪਾ ਰਿਹਾ, ਕੋਈ ਮਨੁੱਖੀ ਜੂਨ ਗਵਾ ਰਿਹਾ। ਐਸੇ ਤਰੀਕੇ ਦੇ ਨਾਲ ਇਹ ਸਾਈਕਲ ਜਿਹੜਾ ਹੈਗਾ ਚੱਲਦਾ ਜਾ ਰਿਹਾ। ਹਾਂਜੀ, ਕਰਮੀ ਹੋਏ ਵਿਚਾਰ। ਸੱਚਾ ਆਪ, ਸੱਚਾ ਦਰਬਾਰ। ਆਹੀ ਦਰਬਾਰ ਹੈ ਭਾਈ ਉਹਦਾ, ਮਾਲਕ ਪਰਮਾਤਮਾ ਦਾ। ਸਰਬ ਜੀਆਂ ਸਿਰ ਲੇਖ ਤੁਰਾਹੂੰ, ਉਹ ਤੁਰੋਂ ਮਾਲਕ ਪਰਮਾਤਮਾ ਦੇ ਕੋਲੋਂ। ਬਿਨ ਲੇਖੇ ਨਹੀਂ ਕੋਈ ਜਿਉ, ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜਿਉ। ਹਾਂ, ਉਹ ਮਾਲਕ ਪਰਮਾਤਮਾ ਉਹ ਲੇਖ ਤੋਂ ਬਾਹਰ ਹੈਗਾ। ਉਹ ਲੇਖ ਤੋਂ ਬਾਹਰ ਹੈ, ਉਹ ਨਿਊਟਰਲ ਹੈਗਾ। ਉਹਨੂੰ ਕੋਈ ਉਹਦੇ ਅੰਦਰ ਕੋਈ ਜਿਹੜੇ ਹੈਗੇ ਨਹੀਂ ਹੈਗੇ ਭਾਈ। ਇਹ ਮਾਇਆ ਦੇ ਨਾਲ ਵਿਚਲਿਤ ਹੋਣ ਵਾਲੀ ਜਿਹੜੀ ਕਾਰਵਾਈ ਹੈ ਨਹੀਂ ਗੀ ਉਹਦੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਭ ਇਹ ਲੇਖਾਂ ਤੋਂ ਅਲੇਖ ਹੈਗਾ। ਔਰ ਉਹਨੇ ਆ ਕੁਦਰਤ ਪੈਦਾ ਕੀਤੀ ਹੈ। ਔਰ ਇਹ ਕੁਦਰਤ ਨੂੰ ਵਿਚਾਰ ਰਿਹਾ। ਆਪਣੀ ਕੁਦਰਤ ਜੋ ਉਹਨੇ ਕੀਤੀ ਹੈ, ਜਿਸ ਤਰ੍ਹਾਂ ਦੀ ਸਿਸਟਮ ਜੋ ਬਣਾਈ ਹੈ ਸ੍ਰਿਸ਼ਟੀ, ਉਹਨੂੰ ਚੰਗੀ ਤਰ੍ਹਾਂ ਆਪਣੇ ਹੁਕਮ ਦੇ ਵਿੱਚ ਚਲਾ ਰਿਹਾ ਹੈ। ਉਹੀ ਮਾਲਕ ਪਰਮਾਤਮਾ ਦੇਖ ਵੀ ਰਿਹਾ, ਚਲਾ ਵੀ ਰਿਹਾ। ਸਰਬ ਜੀਆਂ ਸਿਰ ਲੇਖ ਤੁਰਾਹੂੰ, ਬਿਨ ਲੇਖੈ ਨਹੀਂ ਕੋਈ ਜਿਉ। ਆਹ ਗਿਆਨ ਕਿਹਨੇ ਦੇ ਦੇਣਾ ਆਪਾਂ ਨੂੰ ਜੀ? ਇਹ ਬ੍ਰਹਮ ਗਿਆਨ ਜਿਹੜਾ ਹੈਗਾ, ਇਹ ਜਿਹੜਾ ਹੈਗਾ ਦੇਖੋ, ਇਹ ਮਾਇਆ ਤੋਂ ਉੱਪਰ ਦੀ ਚੀਜ਼, ਕਿੰਨਾ ਜ਼ਬਰਦਸਤ ਗਿਆਨ ਦੇ ਰਹੇ ਆਪਾਂ ਨੂੰ।
ਜਿਹੜਾ ਨਹੀਂ ਦਿਸ ਰਹੀ ਚੀਜ਼ਾਂ, ਜੋ ਮਾਲਕ ਦਾ ਜਿਹੜਾ ਗੇਮ ਹੈਗੀ ਉਹਦੇ ਬਾਰੇ ਆਪਾਂ ਨੂੰ ਕਿੰਨਾ ਗਿਆਨ ਦੇ ਰਹੇ ਮਹਾਰਾਜ। ਸਰਬ ਜੀਆਂ ਸਿਰ ਲੇਖ ਤੁਰਾਹੂੰ, ਬਿਨ ਲੇਖੈ ਨਹੀਂ ਕੋਈ ਜਿਉ, ਆਪ ਅਲੇਖ ਕੁਦਰਤ ਕਰ ਦੇਖੈ, ਹੁਕਮੇ ਚਲਾਏ ਸੋਈ ਜਿਉ। ਮਨ ਰੇ ਰਾਮ ਜਪੋ ਸੁਖ ਹੋਈ, ਹੇ ਮੇਰੇ ਮਨਾ ਕਰ ਆਤਮਾ ਵੱਲ ਦੀ ਯਾਤਰਾ। ਕਰ ਆਤਮਾ ਵੱਲ ਦੀ ਯਾਤਰਾ, ਕਿੱਧਰ ਬਾਹਰ ਨੂੰ ਫਿਰ ਰਿਹਾ, ਲੈ ਯੂ ਟਰਨ। ਮਨ ਰੇ ਰਾਮ ਜਪੋ ਸੁਖ ਹੋਈ, ਆਤਮਾ ਵੱਲ ਨੂੰ ਲਗਾ ਸਵਾਸ, ਆਤਮਾ ਵੱਲ ਨੂੰ ਲਗਾ ਸਵਾਸ। ਵਿਚਾਰ ਹੀ ਬੰਦ ਹੋ ਜਾਣਗੇ, ਤੈਨੂੰ ਲੱਗੂਗਾ ਵੀ ਤੂੰ ਜਿਹੜਾ ਹੈਗਾ ਹੁਣੇ ਬੈਠਾ ਸੀ ਤੇ ਹੁਣੇ ਉੱਠ ਗਿਆ। ਘੰਟਾ ਹੋ ਜਾਂਦਾ, 2 ਘੰਟੇ ਹੋ ਜਾਂਦੇ, ਇਸ ਤਰੀਕੇ ਦੇ ਨਾਲ ਸਮਾਂ ਖਤਮ ਹੋ ਜਾਂਦਾ ਉਸ ਜਗ੍ਹਾ ਦੇ ਉੱਤੇ। ਸਮਾਂ ਤਾਂ ਵਿਚਾਰ ਦੇ ਨਾਲ ਤਾਂ ਜਾ ਰਿਹਾ ਹੈ। ਮਨ ਰੇ ਰਾਮ ਜਪੋ ਸੁਖ ਹੋਈ, ਅਹਨਿਸ ਗੁਰ ਕੇ ਚਰਨ ਸਰੇਵੋ, ਹਰ ਦਾਤਾ ਭੋਗਤਾ ਸੋਈ ਰਹਾਓ। ਅਹਨਿਸ ਰਾਤ ਦਿਨ ਕਹਿੰਦੇ ਆਹ ਕਾਰਵਾਈ ਕਰਨ ਵਾਲੀ, ਗੁਰੂ ਦੇ ਨਾਲ ਲੱਗਿਆ ਰਹਿ ਬਸ। ਗੁਰੂ ਦੇ ਨਾਲ ਲੱਗ ਕੇ ਔਰ ਗੁਰੂ ਤੋਂ ਗਿਆਨ ਲਈ ਜਾ, ਗੁਰੂ ਤੋਂ ਸੇਧ ਲਈ ਜਾ। ਕੋਈ ਪ੍ਰੋਬਲਮ ਹੈ ਗੁਰੂ ਨਾਲ ਡਿਸਕਸ ਕਰੀ ਜਾ, ਗੁਰੂ ਦੀ ਮੱਤ ਲਈ ਜਾ, ਗੁਰੂ ਦੀ ਮੱਤ ਸੋਲੂਸ਼ਨ ਦੇਗੀ ਤੈਨੂੰ। ਆਇਆ ਗੁਰੂ ਦੇ ਚਰਨ ਸਰੇਵ ਨੇ, ਹਰ ਦਾਤਾ ਭੋਗਤਾ ਸੋਈ ਰਹਾਓ। ਔਰ ਉਹ ਦਾਤਾ ਤੇ ਭੋਗਤਾ, ਉਹ ਮਾਲਕ ਪਰਮਾਤਮਾ ਦਾਤਾ ਵੀ ਹੈਗਾ ਔਰ ਭੋਗਤਾ ਕਹਿੰਦੇ ਆ ਭੋਜਨ ਦੇਣ ਵਾਲਾ। ਔਰ ਆ ਗੁਰੂ ਜਿਹੜਾ ਹੈਗਾ, ਇਹ ਮਾਲਕ ਨੇ ਦਾਤ ਦੇਣੀ ਹੈ, ਗੁਰੂ ਦੇ ਥਰੂ ਦੇਣੀ ਹੈ। ਗੁਰੂ ਦੇ ਚਰਨ ਸਰੇਵ ਨੇ ਕੀ ਹੈਗੇ, ਜੇ ਆਪਾਂ ਨੂੰ ਆਪਾਂ ਆਤਮਾ ਵੱਲ ਨੂੰ ਜਿਹੜੇ ਹੈਗੇ ਆਪਣੇ ਵਿਚਾਰ ਬੰਦ ਕਰ ਰਹੇ ਹਾਂ, ਆਤਮਾ ਦੇ ਵਿੱਚ ਲੀਨ ਹੋ ਰਹੇ ਹਾਂ, ਸੁਰਤ ਜਿਹੜੀ ਹੈਗੀ ਆਇਆ ਗੁਰੂ ਦੇ ਚਰਨ ਸਰੇਵ ਨੇ। ਅਹਨਿਸ ਗੁਰ ਕੇ ਚਰਨ ਸਰੇਵੋ, ਹਰ ਦਾਤਾ ਭੋਗਤਾ ਸੋਈ ਰਹਾਓ। ਜੋ ਅੰਤਰ ਸੋ ਬਾਹਰ ਦੇਖੋ, ਅਵਰ ਨਾ ਦੂਜਾ ਕੋਈ ਜਿਉ। ਦੇਖ ਲਾ ਪਿਆਰਿਆ, ਤੇਰੇ ਅੰਦਰ ਕੀ ਹੈਗਾ, ਤੇਰੇ ਅੰਦਰ ਆਤਮਾ ਹੈਗੀ, ਤੂੰ ਆਤਮਾ ਹੈਗਾ। ਬਾਹਰ ਵੀ ਉਹੀ ਦੇਖ, ਸਾਰਿਆਂ ਦੇ ਵਿੱਚ ਉਸੇ ਨੂੰ ਦੇਖ, ਆਤਮਾ ਨੂੰ। ਸਾਰੇ ਆਤਮਾ ਹੀ ਹੈਗੀ, ਹੋਰ ਕੁਛ ਨਹੀਂ ਹੈਗਾ। ਜੋ ਅੰਤਰ ਸੋ ਬਾਹਰ ਦੇਖੋ, ਅਵਰ ਨਾ ਦੂਜਾ ਕੋਈ, ਦੂਸਰਾ ਥੋੜੀ ਨਾ ਹੈ, ਉਹੀ ਮਾਲਕ ਪਰਮਾਤਮਾ ਹੈਗਾ। ਤੂੰ ਵੀ ਉਹੀ ਹੈ, ਸਾਰੇ ਉਹੀ ਹੈਗੇ। ਸੋਹੰਗ, ਸੋਹੰਗ ਦਾ ਮਤਲਬ ਜੋ ਉਹ ਹੈਗਾ ਉਹੀ ਮੈਂ ਹੈਗਾ। ਸੋਹੰਗ, ਮੈਂ ਵੀ ਉਹੀ ਹਾਂ। ਜੋ ਅੰਤਰ ਸੋ ਵਾ, ਇਹ ਵੀ ਗੁਰਮੰਤਰ ਹੈਗਾ। ਕੋਈ ਇਹਦਾ ਇਹਨੂੰ ਜਪਦੇ ਆ, ਸੋਹੰਗ। ਜੋ ਅੰਤਰ ਸੋ ਬਾਹਰ ਦੇਖੋ, ਅਵਰ ਨਾ ਦੂਜਾ ਕੋਈ ਜਿਉ। ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਘਟ ਘਟ ਜੋਤ ਸਮੋਈ ਜਿਉ। ਬਸ ਗੁਰੂ ਦੇ ਰਾਹੀਂ ਦੇਖ ਲਓ ਤਾਂ ਦਿਖੂਗਾ, ਨਹੀਂ ਤਾਂ ਮਾਇਆ ਦਿਖੂਗੀ ਤੈਨੂੰ, ਤੇ ਤਾਂ ਸਰੀਰ ਦਿਖਣਗੇ ਤੈਨੂੰ। ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਇੱਕ ਦ੍ਰਿਸ਼ਟੀ ਕਰ ਲਓ ਆਪਣੀ, ਸਮ ਦ੍ਰਿਸ਼ਟੀ ਕਰਕੇ ਦੇਖ ਲਓ। ਘਟ ਘਟ ਜੋਤ ਸਮੋਈ ਜਿਉ, ਹਰੇਕ ਘਟ ਘਟ ਦੇ ਵਿੱਚ ਆਹੀ ਜੋਤ ਹੈਗੀ ਆ। ਸਰੀਰ ਤਾਂ ਨਾਸ ਹੋਣ ਵਾਲੀ ਚੀਜ਼ ਹੈ, ਹਰੇਕ ਜੋਤ ਹੈਗੀ, ਹਰੇਕ ਜੋਤ ਹੈਗੀ। ਗੁਰਮੁਖ ਏਕ ਦ੍ਰਿਸ਼ਟ ਕਰ ਦੇਖੋ, ਘਟ ਘਟ ਜੋਤ ਸਮੋਈ ਜਿਉ। ਚਲਤੋ ਠਾਕ ਰੱਖੋ ਘਰ ਆਪਣੇ, ਗੁਰ ਮਿਲੈ ਇਹ ਮਤ ਹੋਈ ਜਿਉ। ਆ ਲਓ ਭਗਤੀ ਆ ਹੈਗੀ ਭਾਈ, ਇਹ ਮਨ ਚਲ ਕਰ ਰਿਹਾ ਆ, ਬਸ ਆਪਣੀ ਸੁਰਤ ਦੇ ਦੁਆਰਾ ਇਹਨੂੰ ਠਾਕ ਲਓ। ਚਲ ਤੋਂ ਠਾਕ ਰੱਖੋ ਘਰ ਆਪਣੇ ਅੰਦਰ। ਆ ਦੇਖ ਲਓ ਕਲੀਅਰ ਕਰ, ਪਹਿਲੀ ਪਾਤਸ਼ਾਹੀ ਭਗਤੀ ਦੇ ਰਹੀ ਆ ਆਪਾਂ ਨੂੰ। ਕਹਿੰਦੇ ਜੀ ਕਿੱਥੇ ਲਿਖਿਆ ਹੈ ਜਿਹੜਾ ਹੈਗਾ ਇਹ ਸਹਿਜ ਸਮਾਧੀ ਧਿਆਨ ਸਿਮਰਨ ਸੁਣ ਗੁਪਾਵੇਂ ਆਸਣ ਵਾਸਣ, ਕਿੱਥੇ ਜਿਹੜਾ ਹੈਗਾ ਕਹਿੰਦੇ ਇਸ ਤਰ੍ਹਾਂ ਜਿਹੜਾ ਹੈ ਬੈਠ ਕੇ ਜਿਹੜਾ ਭਗਤੀ ਕਰਨੀ ਹੈ। ਚੰਗੇ ਕਰਮ ਕਰੋ, ਲੋਕਾਂ ਦੀ ਸੇਵਾ ਕਰੋ, ਆਹੀ ਤਾਂ ਭਗਤੀ ਹੈਗੀ, ਹੋਰ ਕਿਹੜੀ ਭਗਤੀ ਹੈਗੀ। ਚਲਤੋ ਵੀਰ ਜੀ ਮਨ ਚੰਚਲ ਨੂੰ ਕਿਹਾ, ਹੋਰ ਕੀ, ਹੋਰ ਸੁਰਤ ਨੂੰ ਕਿਹਾ। ਮਨ ਸੁਰਤ ਦੇ ਦੁਆਰਾ ਚੱਲਦਾ ਹੈ। ਹਾਂ, ਚਲ ਤੋਂ ਠਾਕ ਰੱਖੋ ਘਰ ਆਪਣੇ। ਦੇਖ ਲਓ ਭਾਈ, ਜਿਹੜਾ ਹੁਣ ਵਿਚਾਰਾਂ ਦੇ ਥਰੂ ਚੱਲ ਰਿਹਾ, ਜਿਹੜਾ ਵਿਚਾਰਾਂ ਨੂੰ ਰੋਕਣਾ, ਹਾਂ, ਜਿਹੜਾ ਆਪਣੀ ਸੁਰਤ ਨੂੰ ਦੇਖ ਹੀ ਨਹੀਂ ਰਿਹਾ ਵੀ ਮੇਰੇ ਅੰਦਰ ਕੀ ਪ੍ਰੋਸੈਸ ਹੋ ਰਹੀ ਆ, ਉਹਨੇ ਭਗਤੀ ਕੀ ਕਰ ਲੈਣੀ ਹੈ ਭਾਈ। ਕਾਹਦੀ ਭਗਤੀ ਹੈ ਫਿਰ, ਉਸ ਤੋਂ ਬਾਅਦ ਕਿਹੜੀ ਭਗਤੀ ਹੈ। ਚਲ ਤੋਂ ਠਾਕ ਰੱਖੋ ਘਰ ਆਪਣਾ, ਗੁਰ ਮਿਲੈ ਇਹ ਮਤ ਹੋਈ ਜੀ। ਗੁਰੂ ਨੂੰ ਮਿਲਣ ਦੇ ਨਾਲ, ਬ੍ਰਹਮ ਗਿਆਨ ਲੈਣ ਦੇ ਨਾਲ ਇਹ ਮਤ ਹੋਣੀ ਆ, ਨਹੀਂ ਤਾਂ ਨਹੀਂ ਹੋਣੀ ਇਹ ਮਤ।
ਆ ਗੁਰੂ ਤਾਂ ਦੇ ਰਹੇ ਆਪਾਂ ਨੂੰ। ਦੇਖ ਅਦ੍ਰਿਸ਼ਟ ਰਹੋ ਬਿਸਮਾਦੀ, ਦੁੱਖ ਬਿਸਰੈ ਸੁਖ ਹੋਈ ਜੀਓ। ਦੇਖ ਲਓ ਭਾਈ, ਕਹਿੰਦੇ ਉਹ ਅਦ੍ਰਿਸ਼ਟ ਨਹੀਂ ਦੇਖ ਰਿਹਾ ਨਾ, ਉਹ ਅੰਦਰ ਆਤਮਾ ਦਿਖਣ ਲੱਗ ਜਾਏਗੀ। ਦੇਖ ਅਦ੍ਰਿਸ਼ਟ ਰਹੋ ਬਿਸਮਾਦੀ, ਬਿਸਮਾਦ 'ਚ ਆ ਜਾਂਦਾ ਇਨਸਾਨ ਜਦ ਜਿਹੜਾ ਹੈਗਾ ਇਹ ਗੇਮ ਬਣ ਜਾਂਦੀ ਹੈ। ਦੇਖ ਅਦ੍ਰਿਸ਼ਟ ਰਹੋ ਬਿਸਮਾਦੀ, ਦੁੱਖ ਬਿਸਰੈ, ਦੁੱਖ ਬਿਸਰ ਜਾਂਦੇ ਆ, ਸੁਖ ਹੋਈ ਜਿਓ। ਆ ਸੁਖ ਹੋ ਜਾਂਦਾ। ਦੁੱਖ ਹੈ ਹੀ ਜਿਹੜੇ ਵਿਚਾਰ ਹੈਗੇ ਆ, ਦੁੱਖ ਹੈ ਹੀ ਵਿਚਾਰ, ਦੁੱਖ ਹੈ ਹੀ ਸੰਸਾਰ। ਪੀਵੋ ਅਪਿਓ, ਜਦ ਹੁਣ ਆਤਮਾ ਵੱਲ ਜਿਹੜੇ ਵਿਚਾਰ ਹੀ ਬੰਦ ਹੋ ਗਏ ਤੇ ਗਾਂ ਤਾਂ ਫਿਰ ਅੰਮ੍ਰਿਤ ਹੀ ਆ। ਆਹੀ ਤਾਂ ਸੀਗਾ ਜਿਹੜੀ ਹਰਡਲ ਮੇਨ। ਉਹ ਵਿਚਾਰ ਬੰਦ ਹੋ ਗਏ ਤੇ ਫਿਰ ਨਿਜ ਘਰ 'ਚ ਚਲਾ ਗਿਆ, ਸੁਖੀ ਹੋ ਗਿਆ ਇਨਸਾਨ, ਸਹਿਜ ਅਵਸਥਾ ਮਿਲ ਗਈ। ਪੀਵੋ ਆਪਿਓ ਪਰਮ ਸੁਖ ਪਾਈਏ। ਸੁਖ ਵੀ ਕਿਹੜਾ? ਪਰਮ ਸੁਖ। ਪੀਵੋ ਆਪਿਓ ਪਰਮ ਸੁਖ ਪਾਈਏ, ਨਿਜ ਘਰ ਵਾਸਾ ਹੋਈ ਜੀਓ। ਨਿਜ ਘਰ ਦੇ ਵਿੱਚ ਵਾਸਾ ਹੋ ਗਿਆ, ਜਿਹੜਾ ਅਸਲੀ ਟਿਕਾਣਾ ਸੀਗਾ। ਸੁਰਤ ਦਾ ਟਿਕਾਣਾ ਆਤਮਾ ਦੇ ਵਿੱਚ ਹੈਗਾ। ਇਹ ਸੁਰਤ ਜਿਹੜੀ ਹੈਗੀ ਆ, ਇਹਨੇ ਆਤਮਾ ਦੇ ਵਿੱਚ ਹੀ ਲੀਨ ਹੋਣਾ ਹੈ। ਆਪਾਂ ਸੁਰਤ ਹੈਗੇ ਆ, ਆਪਾਂ ਸੁਰਤ ਹੈਗੇ ਆ, ਬਸ ਸੁਰਤ ਹੀ ਦਿੱਤੀ ਹੈ ਮਾਲਕ ਨੇ, ਇਸੇ ਨੇ ਆਤਮਾ ਦੇ ਵਿੱਚ ਲੀਨ ਹੋ ਜਾਣਾ ਆਪਣਾ। ਆਤਮਾ ਗਤੀ ਨਹੀਂ ਕਰਦੀ। ਜਨਮ ਮਰਨ ਪਾਓ ਪੰਜਨ ਗਾਈਏ, ਜਨਮ ਮਰਨ ਪਾਓ ਪੰਜਨ ਗਾਈਏ। ਇਹ ਜਨਮ ਮਰਨ ਜਿਹੜਾ ਹੈਗਾ ਗੇਮ ਪਾਉਣ ਵਾਲਾ, ਇਹ ਜਨਮ ਮਰਨ ਦੇ ਡਰ ਨੂੰ ਜਿਹੜਾ ਹੈਗਾ ਦੂਰ ਕਰਨ ਵਾਲਾ ਕੌਣ? ਉਹ ਮਾਲਕ ਪਰਮਾਤਮਾ। ਗਾਈਏ ਕੀ ਗਾਈਏ? ਆ ਗਾਈਏ ਪ੍ਰੇਮ ਦੇ ਨਾਲ, ਆਹ ਕੰਮ ਕਰੀਏ। ਆ ਜਿਹੜਾ ਹੈਗਾ ਆਤਮਾ ਵੱਲ ਨੂੰ ਯਾਤਰਾ ਪ੍ਰੇਮ ਦੇ ਨਾਲ ਕਰੀਏ। ਸੁਨ ਗੁਫਾ ਮੇਂ ਆਸਣ ਬੈਸਣ, ਇਹ ਪ੍ਰੇਮ ਦੇ ਨਾਲ ਕਰੀਏ ਪਾਏ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਆ ਪ੍ਰੇਮ ਦੇ ਨਾਲ ਕਰੀਏ ਇਹ ਚੀਜ਼। ਜਨਮ ਮਰਨ ਪਾਓ ਪੰਜਨ ਗਾਈਏ, ਇਹ ਗਾਉਣਾ ਹੋ ਗਿਆ ਪ੍ਰੇਮ ਦੇ ਨਾਲ। ਆਹ ਸਭ ਕੁਛ ਕਲੀਅਰ ਕੱਟ ਹੋ ਗਿਆ ਜੀ। ਕੀਰਤਨ ਵੀ ਆਹੀ ਹੈਗਾ, ਗਾਉਣਾ ਵੀ ਆਹੀ ਹੈਗਾ, ਗੁਣ ਗਾਉਣੇ ਵੀ, ਸਾਰਾ ਦੇਖ ਲਓ ਇੱਥੇ ਆ ਜਾਣਾ ਹੈ ਬਸ। ਉੱਧਰ ਤਾਂ ਆਪਾਂ ਨੇ ਗੁਰੂ ਦੀ ਮੱਤ ਲੈਣੀ ਹੈ ਬਸ। ਗੁਰੂ ਦੀ ਮੱਤ ਤਾਂ ਛੱਡਣੀ ਨਹੀਂ ਹੈ ਕਦੀ ਵੀ। ਗੁਰੂ ਦੀ ਮੱਤ ਜਿਹੜੀ ਹੈਗੀ ਇਹ ਛੱਡਣੀ ਨਹੀਂ ਆ ਕਦੀ ਵੀ। ਗੁਰੂ ਦੀ ਮੱਤ ਹਮੇਸ਼ਾ ਨਾਲ ਰੱਖਣੀ ਹੈ। ਜਨਮ ਮਰਨ ਪਾਓ ਪੰਜਨ ਗਾਈਏ, ਪੁਨਰਪ ਜਨਮ ਨਾ ਹੋਈ ਜੀਓ। ਬਸ ਖਤਮ, ਦੁਬਾਰਾ ਫਿਰ ਨਹੀਂ ਆਏਗਾ ਭਾਈ ਸਰੀਰ ਦੇ ਵਿੱਚ। ਤਤ ਨਿਰੰਜਨ ਜੋਤ ਸਬਾਈ, ਸੋਹੰ ਭੇਦ ਨਾ ਕੋਈ ਜੀਓ। ਤਤ ਨਿਰੰਜਨ ਜੋਤ ਸਬਾਈ। ਤਤ ਉਹ ਨਿਰੰਜਨ ਆ। ਤੇਰੀ ਆਤਮਾ ਤਤ ਆ ਭਾਈ, ਸਰੀਰ ਤਤ ਨਹੀਂ ਹੈਗਾ। ਆਤਮਾ ਨਿਰੰਜਨ ਹੈਗੀ, ਮਾਇਆ ਕਾਲਕ ਰਹਿਤ ਹੈਗੀ ਆ, ਪਰਮਾਤਮਾ ਕਾਲਕ ਰਹਿਤ ਹੈਗਾ। ਤਤ ਨਿਰੰਜਨ ਜੋਤ ਸਬਾਈ। ਸਾਰੀ ਸ੍ਰਿਸ਼ਟੀ ਦੇ ਵਿੱਚ ਜੀਵ ਜਿਹੜੇ ਸਾਰੀਆਂ, ਇਹ ਆਹੀ ਜੋਤ ਹੈਗੀ ਸਾਰਿਆਂ ਦੇ ਅੰਦਰ। ਉਹੀ ਮਾਲਕ ਦੀ ਜੋਤ ਹੈ ਸਾਰੀ ਦੀ ਸਾਰੀ। ਸਬਾਈ ਸੋਹੰ, ਜੋ ਉਹ ਹੈਗਾ ਉਹੀ ਤੂੰ ਹੈਗਾ। ਸੋਹੰ ਭੇਦ ਨਾ ਕੋਈ ਜੀਓ। ਕੋਈ ਭੇਦ ਨਹੀਂ ਹੈਗਾ, ਕੋਈ ਭੇਦ ਨਹੀਂ ਹੈਗਾ ਉਸ ਦੇ ਵਿੱਚ ਤੇ ਆਤਮਾ ਦੇ ਵਿੱਚ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਉਹ ਮਾਲਕ ਪਰਮਾਤਮਾ ਅਪਰੰਪਰ ਪਾਰ ਬ੍ਰਹਮ, ਆ ਬ੍ਰਹਮ ਆ, ਉਹਦੀ ਸ਼ਕਤੀ ਹੈ ਮਾਲਕ ਦੀ, ਇਸ ਤੋਂ ਪਰੇ, ਇਸ ਤੋਂ ਪਰੇ, ਸੰਸਾਰ ਤੋਂ ਪਰੇ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਪਰਮੇਸ਼ਵਰ, ਨਾਨਕ ਗੁਰ ਮਿਲਿਆ ਸੋਈ ਜੀਓ। ਉਹੀ ਗੁਰੂ ਹੈ ਭਾਈ, ਉਹੀ ਗੁਰੂ ਹੈ ਸਭ ਤੋਂ ਵੱਡਾ। ਉਹੀ ਬ੍ਰਹਮ ਗਿਆਨੀਆਂ ਦੇ ਵਿੱਚ ਉਹੀ ਗੁਰੂ ਬ੍ਰਹਮ ਗਿਆਨੀਆਂ ਦੇ ਥਰੂ ਬੋਲਦਾ ਹੈ ਭਾਈ, ਬ੍ਰਹਮ ਗਿਆਨੀਆਂ ਦੇ ਥਰੂ ਗਿਆਨ ਦਿੰਦਾ ਹੈ। ਉਹ ਕਹਿੰਦੇ ਮਿਲ ਗਿਆ, ਯਾਤਰਾ ਪੂਰੀ ਹੋ ਗਈ। ਔਰ ਇਹ ਲੜੀ ਜਿਹੜੀ ਮਹਾਰਾਜ ਨੇ ਪਾਈ ਸੀਗੀ 11 ਸ਼ਬਦਾਂ ਦੀ, ਇਹ ਲੜੀ ਵੀ ਪੂਰੀ ਹੋ ਗਈ। ਤਤ ਨਿਰੰਜਨ ਜੋਤ ਸਬਾਈ, ਸੋਹੰ ਭੇਦ ਨਾ ਕੋਈ ਜੀਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵੀ ਹੋਰ ਚੱਲੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਵਾਹਿਗੁਰੂ ਜੀ, ਸੰਗਤ ਦਾ ਮਿਸ ਕਰਨ ਨੂੰ ਦਿਲ ਨਹੀਂ ਕਰਦਾ ਨਾ, ਇਸ ਕਰਕੇ ਕਹਿੰਦੇ ਹੋਰ ਹੋ ਜਾ, ਚੰਗਾ ਹੀ ਹੈ ਜੀ। ਹਾਂਜੀ, ਇਹ ਨਾ ਜੇ ਕੋਈ ਸੰਗਤ ਨਹੀਂ ਗਈ ਹੈ ਤੇ ਇਸ ਤੋਂ ਅੱਗੇ ਇੱਕ ਸ਼ਬਦ ਹੋਰ ਹੈਗਾ ਪਹਿਲੀ ਪਾਤਸ਼ਾਹੀ ਦਾ। ਲੈ ਲਓ ਦੇਖ ਲਓ ਭਾਈ। ਕਰ ਲਓ ਜੀ, ਠੀਕ ਆ, ਕੋਈ ਗੱਲ ਨਹੀਂ। ਵਾਹਿਗੁਰੂ ਜੀ। ਓਕੇ ਜੀ, ਓਕੇ ਜੀ। ਇੱਕੋ ਹੀ ਸ਼ਬਦ ਹੈ, ਇਸ ਤੋਂ ਬਾਅਦ ਤੀਸਰੀ ਪਾਤਸ਼ਾਹੀ ਦੇ ਸ਼ੁਰੂ ਹੋ ਜਾਣਗੇ। ਦੁਬਾਰਾ ਲੱਗਣ ਲੱਗੇ। ਹਾਂਜੀ ਹਾਂਜੀ ਹਾਲੇ ਸ਼ੁਰੂ। ਇਹ ਤੇ ਗੱਪੇ ਆ, ਸਾਨੂੰ ਮਿਲ ਜਾਣ, ਹੋਰ ਕੀ ਚਾਹੀਦਾ ਜੀ। ਹਾਂਜੀ। ਇਹ ਸੋਰਠ ਮਹੱਲਾ ਪਹਿਲਾ। ਆਜੋ ਜੀ, ਆਜੋ ਸਾਰੇ। ਦਾਤ ਹੋਰ ਮਿਲਣ ਲੱਗੀ ਹੈ, ਮਹਾਰਾਜ ਹੋਰ ਤੁੱਠੇ ਹੋਏ ਆ। ਸੋਰਠ ਮਹੱਲਾ ਪਹਿਲਾ, ਘਰ ਤੀਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਾਂ ਤਿਸ ਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ। ਗਾਵੇ ਕਾ ਫਲ ਹੋਈ, ਜਾਂ ਆਪੇ ਦੇਵੈ ਸੋਈ। ਆਹ ਤਾਂ ਕਮਾਲ ਦੀ ਗੱਲ ਹੈ ਜੀ। ਕਹਿੰਦੇ ਮੈਂ ਭਗਤੀ ਤਾਂ ਇਸੇ ਵਾਸਤੇ ਕਰ ਰਿਹਾ ਕਿ ਮਾਲਕ ਨੂੰ ਪਾ ਜਾਵਾਂ। ਮੈਂ ਇਸੇ ਵਾਸਤੇ ਤਾਂ ਗਾ ਰਿਹਾ, ਇਸੇ ਵਾਸਤੇ ਧਿਆਨ ਸਿਮਰਨ ਕਰ ਰਿਹਾ। ਜਾਂ ਤਿਸ ਭਾਵਾਂ ਤਦ ਹੀ ਗਾਵਾਂ। ਇਹੀ ਤਾਂ ਮੇਰੀ ਜਿਹੜੀ ਹੈਗੀ ਮੇਰੀ ਯਾਤਰਾ ਦਾ ਪ੍ਰਯੋਜਨ ਆਹੀ ਤਾਂ ਹੈ ਵੀ ਮਾਲਕ ਖੁਸ਼ ਹੋ ਜਾਏ ਤੇ ਦੇ ਦੇ ਮੈਨੂੰ ਉਹ ਅੰਮ੍ਰਿਤ ਦੀ ਦਾਤ ਦੇ ਦੇ, ਉਹ ਰਸ ਦੇ ਦੇ। ਜਾਂ ਤਿਸ ਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ। ਬਈ ਫਲ ਮਿਲ ਜਾਏ ਮੈਨੂੰ ਗਾਉਣ ਦਾ, ਇਹਦੀ ਮਜ਼ਦੂਰੀ ਮਿਲ ਜਾਏ ਮੈਨੂੰ। ਜਾਂ ਤਿਸ ਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ। ਗਾਵੇ ਕਾ ਫਲ ਹੋਈ, ਜਾਂ ਆਪੇ ਦੇਵੇ ਸੋਈ। ਉਹ ਫਲ ਤਾਂ ਹੈਗਾ ਪਿਆਰਿਆ, ਪਰ ਤੂੰ ਕਾਲੀ ਨਾ ਵਗੀ। ਉਹਨੇ ਦੇਣੀ ਉਹਨੇ ਮਾਲਕ ਨੇ ਹੈਗੀ, ਆਪ ਦੇਣਾ ਹੈ ਉਹਨੇ। ਬਸ ਧੀਰਜ ਰੱਖੀ ਭਾਈ, ਧੀਰਜ ਰੱਖੀ। ਗਾਵੇ ਕਾ ਫਲ ਹੋਈ, ਜਾਂ ਆਪੇ ਦੇਵੇ ਸੋਈ। ਆਪਣੇ ਵੱਲੋਂ ਕਸਰ ਨਾ ਛੱਡੀ ਪਿਆਰਿਆ, ਆਪਣੇ ਵੱਲੋਂ ਢਿਲਾਈ ਨਾ ਵਰਤੀ, ਔਰ ਧੀਰਜ ਰੱਖੀ ਬਸ। ਮਨ ਮੇਰੇ ਗੁਰ ਬਚਨੀ ਨਿਧ ਪਾਈ, ਔਰ ਗੁਰੂ ਦੇ ਬਚਨਾਂ ਨੂੰ ਨਾਲ ਰੱਖੀ ਪਿਆਰਿਆ। ਬਸ ਗੁਰੂ ਨੂੰ ਕਦੀ ਵੀ ਨਾ ਛੱਡੀ ਯਾਤਰਾ ਦੇ ਵਿੱਚ। ਇਹ ਖਜ਼ਾਨਾ ਜਿਹੜਾ ਅੰਮ੍ਰਿਤ ਰਸ ਹੈਗਾ, ਇਹ ਨਿਧੀ ਜਿਹੜੀ ਹੈਗੀ ਆ, ਇਹ ਗੁਰੂ ਦੇ ਬਚਨਾਂ ਦੇ ਨਾਲ ਹੀ ਮਿਲਣੀ ਹੈ। ਗੁਰੂ ਦੇ ਅਨੁਸਾਰ ਚੱਲੇਗਾ ਤਾਂ ਹੀ ਇਹ ਮਿਲਣੀ। ਮਨ ਮੇਰੇ ਗੁਰ ਬਚਨੀ ਨਿਧ ਪਾਈ, ਤਾਂ ਤੇ ਸੱਚ ਮੈਂ ਰਹਾ ਸਮਾਈ। ਤਾਂ ਤੇਰੀ ਜਿਹੜੀ ਸੱਚ ਦੇ ਵਿੱਚ ਸਮਾਈ ਹੋ ਜਾਏਗੀ। ਉਹ ਸੱਚ ਦੇ ਵਿੱਚ ਤੇਰੀ ਸਮਾਈ ਵੀ ਇਸੇ ਤਰੀਕੇ ਦੇ ਨਾਲ ਤੇਰੀ ਸਮਾਈ ਹੋ ਜਾਣੀ ਹੈ ਸੱਚ ਦੇ ਵਿੱਚ। ਤੇਰਾ ਜਿਹੜਾ ਹੈਗਾ ਇਹ ਸਰੀਰ, ਜਿਹੜੀ ਗੇਮ ਹੈਗੀ, ਇਹ ਸਰੀਰ ਜਿਹੜਾ ਹੈਗਾ, ਇਹਦੀ ਪਕੜ ਖਤਮ ਹੋ ਜਾਏਗੀ। ਸੱਚ ਹੈਗੀ ਤੇਰੀ ਆਤਮਾ। ਰਹਾਓ ਗੁਰਸਾਖੀ ਅੰਤਰ ਜਾਗੀ। ਦੇਖ ਇਹ ਅੱਖਰ ਜਿਹੜੇ ਹੈਗੇ ਨਾ, ਆਹ ਅੱਖਰ ਬੋਲਣ ਲੱਗ ਪੈਣਗੇ। ਇਹ ਅੱਖਰ ਜਗ ਜਾਣਗੇ ਤੇਰੇ ਅੰਦਰ। ਇਹ ਪ੍ਰੈਕਟੀਕਲ ਕਰ ਲਏਗਾ ਜੋ ਇਹ ਅੱਖਰ ਕਹਿ ਰਹੇ ਆ। ਇਹ ਅੰਮ੍ਰਿਤ ਰਸ ਤੇਰੇ ਅੰਦਰ ਆ ਜਾਏਗਾ। ਆਤਮਾ ਤੇਰੇ ਅੰਦਰ, ਆਤਮਾ ਦੇ ਵਿੱਚ ਤੇਰੀ ਸੁਰਤ ਚਲੀ ਜਾਏਗੀ। ਆਤਮਾ ਦੇ ਦਰਸ਼ਨ ਕਰ ਲਏਗਾ ਤੂੰ। ਗੁਰਸਾਖੀ ਅੰਤਰ ਜਾਗੀ, ਜਾਗ ਜਾਏਗੀ ਤੇਰੇ ਅੰਦਰ। ਇਹ ਗੁਰੂ ਦੀ ਜਿਹੜੀ ਹੈਗੀ, ਗੁਰੂ ਦੀ ਮੱਤ, ਗੁਰੂ ਦੀ ਸਾਖੀ। ਹਾਲੇ ਤਾਂ ਸਾਖੀ ਹੈ ਆਪਾਂ ਤਾਂ ਸਾਖੀ ਸੁਣ ਰਹੇ ਹਾਂ। ਹਾਲੇ ਕਿਹੜਾ ਆਪਾਂ ਨੇ ਪ੍ਰੈਕਟੀਕਲ ਕਰ ਲਿਆ। ਕਹਿੰਦੇ ਪ੍ਰੈਕਟੀਕਲ ਹੋ ਜਾਏਗਾ ਪਿਆਰਿਆ, ਪ੍ਰੈਕਟੀਕਲ ਹੋ ਜਾਏਗਾ ਤੇਰੇ ਅੰਦਰ, ਜਾਗ ਜਾਏਗੀ ਇਹ ਪ੍ਰੈਕਟੀਕਲ ਕਰ ਲਏਗਾ ਤੂੰ। ਗੁਰਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ। ਇੱਥੇ ਫਿਰ ਚੱਲ ਜਿਹੜਾ ਕੰਪਲੀਟਲੀ ਸਰੈਂਡਰ ਹੋ ਜਾਏਗਾ ਤੇਰਾ ਮਨ ਨਾਮ ਦੀ ਚੀਜ਼ ਖਤਮ ਹੋ ਜਾਏਗੀ। ਤਾਂ ਚੰਚਲ ਮਤ ਜਾਗੀ, ਚੰਚਲ ਮਤ ਤਿਆਗੀ।
ਗੁਰਸਾਖੀ ਕਾ ਉਜਿਆਰਾ, ਫਿਰ ਤੇਰਾ ਜਿਹੜਾ ਹੈਗਾ ਆਹ ਦੇਖ ਪ੍ਰਕਾਸ਼ ਆ ਗਿਆ ਹੁਣ। ਗੁਰਸਾਖੀ ਕਾ ਉਜਿਆਰਾ, ਗੁਰੂ ਦੀ ਜੋ ਸਿੱਖਿਆ ਸੀਗੀ ਉਹ ਤੇਰੀ ਆਪਣਾ ਗਿਆਨ ਬਣ ਜਾਏਗਾ। ਤਾਂ ਮਿਟਿਆ ਸਗਲ ਅੰਧਿਆਰਾ, ਤਾਂ ਤੇਰਾ ਜਿਹੜਾ ਸਾਰਾ ਜਿਹੜਾ ਹੈਗਾ ਹਨੇਰਾ ਮਿਟ ਜਾਏਗਾ। ਗੁਰਚਰਣੀ ਮਨ ਲਾਗਾ, ਤਾਂ ਜਮ ਕਾ ਮਾਰਗ ਭਾਗਾ। ਆਇਆ ਗੁਰੂ ਦੇ ਚਰਨਾਂ ਦੇ ਵਿੱਚ ਲੱਗਣਾ, ਜਿਵੇਂ ਗੁਰੂ ਕਹਿ ਰਿਹਾ ਹੈ, ਮਨ ਲੱਗ ਗਿਆ ਤੇ ਜਮ ਦਾ ਰਸਤਾ ਪਾਸੇ ਹੋ ਗਿਆ, ਯੂ ਟਰਨ ਹੋ ਗਿਆ ਭਾਈ। ਭੈ ਵਿੱਚ ਨਿਰਭਉ ਪਾਇਆ, ਇਹ ਭੈ ਦੇ ਵਿੱਚ, ਪਰਮਾਤਮਾ ਦੇ ਭੈ ਦੇ ਵਿੱਚ ਚੱਲ ਪਏ ਤੇ ਉਹ ਨਿਰਭਉ ਪਾ ਲਿਆ। ਉਹ ਨਿਰਭਉ ਪਰਮਾਤਮਾ ਦੇ ਭੈ ਦੇ ਵਿੱਚ ਚੱਲਣ ਦੇ ਨਾਲ ਹੀ ਉਹ ਨਿਰਭਉ ਮਿਲ ਜਾਂਦਾ ਔਰ ਫਿਰ ਇਨਸਾਨ ਨਿਰਭਉ ਹੋ ਜਾਂਦਾ। ਤਾਂ ਸਹਿਜੈ ਕੇ ਘਰ ਆਇਆ, ਸਹਿਜ ਦੇ ਵਿੱਚ ਉਹ ਜਿਹੜਾ ਹੈਗਾ ਆਪਣੇ ਨਿਜ ਘਰ ਦੇ ਸਹਿਜ ਘਰ ਦੇ ਵਿੱਚ ਆ ਗਿਆ। ਆਤਮਿਕ ਅਡੋਲਤਾ ਹੋ ਗਈ, ਵਿਚਾਰ ਬੰਦ ਹੋ ਗਏ। ਪੰਡਤ ਨਾਨਕ ਬੂਝੇ ਕੋ ਵਿਚਾਰੀ, ਇਸ ਯੁਗ ਮੈਂ ਕਰਨੀ ਸਾਰੀ। ਮਹਾਰਾਜ ਆਖਰੀ ਦੇ ਵਿੱਚ ਬੇਨਤੀ ਕਰ ਰਹੇ ਭਾਈ, ਇਹ ਗੱਲ ਨੂੰ ਕੋਈ ਟਾਵਾਂ ਬੁੱਝੂਗਾ, ਕੋਈ ਵਿਚਾਰਵਾਨ ਬੁੱਝੂਗਾ ਭਾਈ, ਕੋਈ ਵਿਚਾਰਵਾਨ ਜਿਹਨੇ ਇਸ ਨੂੰ ਵਿਚਾਰਿਆ, ਇਸ ਗੱਲ ਨੂੰ, ਜਿਹਨੇ ਇਸ ਗੱਲ ਦੇ ਵਿੱਚ, ਇਸ ਗੱਲ ਦੀ ਜਿਹੜੀ ਉਚਾਈ, ਇਸ ਗੱਲ ਦੇ ਵਿੱਚ ਜਿਹੜਾ ਹੈਗਾ, ਇਸ ਗੱਲ ਦੀ ਕੀਮਤ ਜਿਹਨੇ ਸਮਝ ਲਈ, ਬਸ ਉਹ ਬੁੱਝ ਜਾਏਗਾ। ਪੰਡਤ ਨਾਨਕ ਬੂਝੇ ਕੋ ਵਿਚਾਰੀ, ਇਸ ਜਗ ਮੈਂ ਕਰਨੀ ਸਾਰੀ। ਬਸ ਇਸ ਜਗ ਦੇ ਵਿੱਚ ਪ੍ਰੈਕਟੀਕਲ ਕਰਨਾ ਹੀ ਹੈਗਾ, ਸਾਰਾ ਕੁਛ ਕਰਨੀ ਆਹੀ ਹੈ। ਖਾਲੀ ਗੱਲਾਂ ਦੇ ਨਾਲ, ਗਿਆਨ ਲੈਣ ਦੇ ਨਾਲ, ਖਾਲੀ ਜਿਹੜੀ ਹੈਗੀ ਆ ਬਾਣੀ ਪੜ੍ਹਨ ਦੇ ਨਾਲ, ਪਾਠ ਕਰਨ ਦੇ ਨਾਲ ਸਾਰਿਆਂ ਦਾ ਸਾਰਾ ਜਿਹੜਾ ਹੈਗਾ ਕਰਮ ਕਾਂਡ ਹੋ ਜਾਏਗਾ ਭਾਈ। ਜੇ ਆਪਾਂ ਆਹ ਪ੍ਰੈਕਟੀਕਲ ਨਹੀਂ ਕਰਦੇ, ਜੇ ਆਪਾਂ ਆਹ ਪ੍ਰੈਕਟੀਕਲ ਨਹੀਂ ਕਰਦੇ ਤੇ ਸਾਰਾ ਦਾ ਸਾਰਾ ਜਿਹੜਾ ਹੈਗਾ, ਇਹ ਭਾਈ ਰਣਧੀਰ ਸਿੰਘ ਜਿਹੜੇ ਹੈਗੇ ਉਹਨਾਂ ਦੀ ਪੁਸਤਕ ਦੇ ਵਿੱਚ ਲਿਖਿਆ, ਉਹ ਕਹਿੰਦੇ ਸਾਰਾ ਕਰਮ ਕਾਂਡ ਹੋ ਜਾਏਗਾ ਜੇ ਤੇਰੇ ਕੋਲ ਨਾਮ ਵਾਲੀ ਚੀਜ਼ ਨਹੀਂ ਹੈਗੀ। ਤੇ ਸਾਰਾ ਦਾ ਸਾਰਾ ਜੋ ਕੁਛ ਕੀਤਾ ਕਰਾਇਆ ਧਰਮ ਦੇ ਰਸਤੇ ਤੇ ਕਰਮ ਕਾਂਡ ਹੋ ਜਾਏਗਾ। ਪੰਡਤ ਨਾਨਕ ਬੂਝੇ ਕੋ ਵਿਚਾਰੀ, ਇਸ ਜਗ ਮੈਂ ਕਰਨੀ ਸਾਰੀ। ਕਰਨੀ ਕੀਰਤ ਹੋਈ, ਆਹੀ ਕੀਰਤ ਆ ਭਾਈ, ਆਹੀ ਐਕਸ਼ਨ ਹੀ ਤੇਰੀ ਕੀਰਤ ਆ, ਆਹੀ ਕੀਰਤ ਆ। ਧਿਆਨ ਸਿਮਰਨ ਕਰ ਰਿਹਾ, ਸਹਿਜ ਸਮਾਧੀ ਦੇ ਵਿੱਚ ਜਾ ਰਿਹਾ, ਆਹੀ ਕੀਰਤ ਹੈਗੀ ਪਰਮਾਤਮਾ ਦੀ, ਆਹੀ ਕੀਰਤ ਹੈਗੀ, ਆਹੀ ਸਾਰ ਹੈਗੀ ਆ। ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ। ਬਸ ਜਦ ਆ ਕੀਰਤ ਬਣ ਗਈ, ਤੇਰੀ ਕਰਨੀ ਹੋ ਗਈ, ਐਕਸ਼ਨ ਆ ਗਈ, ਤੇ ਲਾਜ਼ਮੀ ਹੈਗਾ ਮਾਲਕ ਪਰਮਾਤਮਾ ਨੇ ਮਿਲਣਾ ਹੀ, ਉਹਨੇ ਪ੍ਰਗਟ ਹੋਣਾ ਹੀ ਹੋਣਾ। ਜਿਹਦਾ ਐਕਸ਼ਨ ਹੈਗੀ ਆ, ਜਿਹਦੇ ਕੋਲ ਐਕਸ਼ਨ ਹੈਗੀ ਆ ਭਾਈ, ਮਾਲਕ ਲਾਜ਼ਮੀ ਹੈਗਾ, ਲਾਜ਼ਮੀ ਹੈਗਾ। ਇਹਦੇ 'ਚ ਕੋਈ ਫੇਲੂਅਰ ਨਹੀਂ ਹੈਗੀ। ਇਹ ਤਾਂ ਬਹੁਤ ਕੀਮਤੀ ਸ਼ਬਦ ਸੀਗਾ ਜੀ। ਪੰਡਤ ਨਾਨਕ ਬੂਝੇ ਕੋ ਵਿਚਾਰੀ, ਇਸ ਜਗ ਮੈਂ ਕਰਨੀ ਸਾਰੀ। ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ। ਹਾਂਜੀ, 12 ਸ਼ਬਦ ਜਿਹੜੇ ਹੈਗੇ ਆ ਸੁਰਟ ਰਾਗ ਦੇ ਵਿੱਚ ਪਹਿਲੀ ਪਾਤਸ਼ਾਹੀ ਦੇ। ਪੜ੍ਹੀਏ ਨਹੀਂ ਭੇਦ ਬੁੱਝਿਆ ਪਾਵਨਾ ਦੀ ਕਹਾਣੀ। ਹਾਂਜੀ, ਬਸ ਜੀ, ਮਹਾਰਾਜ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ ਵੀਰ ਜੀ। ਮਿਹਰਬਾਨੀ ਤਾਂ ਜੀ ਇਹਨਾਂ ਦੀ ਡਾਕਟਰ ਸਾਹਿਬ ਦੀ ਹੈਗੀ, ਮਹੇਸ਼ ਚੰਦਰ ਸਿੰਘ ਦੀ, ਮਹੇਸ਼ ਚੰਦਰ ਸਿੰਘ ਜੀ ਦੀ ਹੈਗੀ ਆ। ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਬਈ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਆਪਣੀ ਆਤਮਾ ਨੂੰ ਆਪਾਂ ਪੁਕਾਰ ਰਹੇ ਹਾਂ ਬਸ। ਜਦ ਸੁਰਤ ਆਤਮਾ ਵੱਲ ਨੂੰ ਹੋ ਗਈ ਤੇ ਪੁਕਾਰ ਬੰਦ ਕਰ ਦਿਓ, ਬਸ ਆਤਮਾ ਦੇ ਵਿੱਚ ਲੀਨ ਰਹੋ। ਇਹ ਤਾਂ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਨਾ ਆਪਾਂ ਕਹਿੰਦੇ ਬਾਪੂ, ਪਿਓ ਨੂੰ ਪੁਕਾਰਦੇ ਹਾਂ ਜਿਸ ਤਰ੍ਹਾਂ। ਵਾਹਿਗੁਰੂ